ਸਾਡੇ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਲੀਡਰ ਹੈ ਮੇਨ, ਉਹਨਾਂ ਨੇ 13 ਨਵੰਬਰ 2015 ਨੂੰ ਕਿਹਾ ਸੀ ਕਾਤਲ ਹਵਾਰਾ ਕਦੇ ਵੀ ਕੌਮ ਨੂੰ ਸੇਧ ਨਹੀਂ ਦੇ ਸਕਦਾ। ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਸਾਥ ਦਿੰਦਾ ਜਾਂ ਨਹੀਂ ਦਿੰਦਾ? ਸੁਪਰੀਮ ਕੋਰਟ ਗਲਤ ਹੈ ਜਾਂ ਬੀਜੇਪੀ ਗਲਤ ਹੈ? ਆਮ ਆਦਮੀ ਪਾਰਟੀ ਨੇ ਰੁਕਵਾਉਣੀ ਚਾਹੀਏ, ਇਹ ਕਹਿ ਰਹੇ ਹੋ ਤੁਸੀਂ? ਚਲ ਕਿਸੇ ਦਾ ਵੀ ਹੋਇਆ ਉਹ ਮਾੜਾ। ਬਸ ਸਾਹਿਬ ਮੈਂ ਇੱਕ ਗੱਲ ਮਹਿਸੂਸ ਕਰ ਰਿਹਾ, ਸਵਾਲ ਦਾ ਜਵਾਬ ਨਹੀਂ ਆ ਰਿਹਾ, ਸਵਾਲ ਦਾ ਸਵਾਲ ਆ ਰਿਹਾ ਹੈ। ਕੌਮੀ ਇਨਸਾਫ ਮੋਰਚਾ ਬੀਜੇਪੀ ਨੇ ਤੇ ਨਹੀਂ ਬਣਾਇਆ ਕਿ ਤੁਸੀਂ ਉਹਨੂੰ ਵੀ ਬੀਜੇਪੀ ਨਾਲ ਲਾਉਂਦੇ ਹੋ? ਇਹ ਵੀ ਦੱਸ ਦਿਓ, ਮੈਨੂੰ ਕਲੀਅਰ ਕਰ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ 10 ਸਪੋਕਸਮੈਨ ਡਿਬੇਟ। ਮੈਂ ਨਵਜੋਤ ਸਿੰਘ ਢਾਲੀਵਾਲ। ਅੱਜ ਗੱਲਬਾਤ ਕਰਾਂਗੇ ਜੋ ਬਿਆਨ ਆਇਆ ਰਾਜੋਆਣਾ ਹੋਰਾਂ ਦਾ। ਬਲਵੰਤ ਸਿੰਘ ਰਾਜੋਆਣਾ ਹੋਰਾਂ ਦੇ ਬਿਆਨ ਦੇ ਕੀ ਮਾਇਨੇ ਹੈ, ਇਸ ਤੋਂ ਬਾਅਦ ਹੀ ਇਸ ਚਰਚਾ ਨੂੰ ਮੁਨੱਕਦ ਕਰਨ ਦਾ ਮਨ ਬਣਾਇਆ। ਉਹਨਾਂ ਨੇ ਆਪਣੇ ਆਪ ਨੂੰ ਮੋਰਚੇ ਤੋਂ ਵੱਖ ਕਿਉਂ ਕੀਤਾ? ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹਦੇ ਕੀ ਮਾਇਨੇ ਹੈ? ਸਭ ਤੋਂ ਪਹਿਲਾ ਸਵਾਲ ਹੈ, ਕੀ ਮੋਰਚਾ ਕਿਸੇ ਪਾਰਟੀ ਵਿਸ਼ੇਸ਼ ਬੰਦਿਆਂ ਵੱਲੋਂ ਲਾਇਆ ਗਿਆ? ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ ਹੈ ਕਿ ਮੈਂ ਤਾਂ ਅਕਾਲੀ ਹਾਂ, ਅਕਾਲੀ ਰਹਾਂਗਾ, ਤੇ ਉਹ ਬੰਦੇ ਕੌਣ ਨੇ? ਸਵਾਲ ਇਹ ਵੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਮੋਰਚੇ ਤੋਂ ਵੱਖ ਕਿਉਂ ਹੋਏ ਨੇ? ਕਿ ਰਾਜੋਆਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ 'ਚ ਪੱਖ 'ਚ ਨਹੀਂ ਹਨ? ਜਦੋਂ ਇੱਕ ਮੁੱਠ ਇੱਕ ਪਲੇਟਫਾਰਮ ਤੋਂ ਗੱਲ ਉੱਠ ਰਹੀ ਹੈ ਤਾਂ ਉਦੋਂ ਇਹੋ ਜਿਹੇ ਸਵਾਲ ਖੜੇ ਹੁੰਦੇ ਆ। ਸੋ ਬਹੁਤੀ ਗੱਲਬਾਤ ਨਾ ਕਰਦੇ ਹੋਏ ਇਸ ਚਰਚਾ ਦੇ ਵਿੱਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦਾ ਹੋਇਆ ਉਹਨਾਂ ਦਾ ਸਵਾਗਤ ਕਰਾਂਗੇ। ਸਾਡੇ ਨਾਲ ਕੌਮੀ ਇਨਸਾਫ ਮੋਰਚਾ ਤੋਂ ਬਲਵਿੰਦਰ ਸਿੰਘ ਜੀ ਆਏ ਨੇ, ਤੁਹਾਡਾ ਜੀਓ ਆਇਆਂ ਨੂੰ ਹੈ। ਇਕਬਾਲ ਸਿੰਘ ਚੰਨੀ ਸਾਹਿਬ ਭਾਜਪਾ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਤੁਹਾਡਾ ਵੀ ਸਵਾਗਤ ਹੈ। ਜਦੋਂ ਕਿ ਬਿਕਰਮਜੀਤ ਸਿੰਘ ਪਾਸੀ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਨੇ, ਉਹ ਗੱਲਬਾਤ ਆਪਣੀ ਰੱਖਣਗੇ। ਤੁਹਾਡਾ ਇਸਤਕਬਾਲ ਇਸ ਚਰਚਾ ਦੇ ਵਿੱਚ ਪਾਸੀ ਸਾਹਿਬ। ਸਭ ਤੋਂ ਪਹਿਲਾਂ ਬਲਵਿੰਦਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਇਸ ਬਿਆਨ ਦੇ ਕੀ ਮਾਇਨੇ ਹੈ, ਇਸ ਦੇ ਕੀ ਸਿੱਟੇ ਨਿਕਲਣਗੇ, ਕੀ ਅੰਜਾਮ ਹੋ ਸਕਦਾ? ਦੇਖੋ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਦੇ ਨਾਲ ਕੋਈ ਸੰਬੰਧ ਨਹੀਂ, ਮੈਂ ਬੜੀ ਨਿਮਰਤਾ ਸਹਿਤ ਇਹ ਕਹਿਣਾ ਚਾਹੁੰਦਾ ਹੈ ਕਿ ਕੌਮੀ ਇਨਸਾਫ ਮੋਰਚੇ ਦਾ ਰਾਜੋਆਣਾ ਸਾਹਿਬ ਦੇ ਨਾਲ ਸੰਬੰਧ ਹੈ। ਔਰ ਇਸ ਤੋਂ ਵੀ ਕਿ ਕੌਮੀ ਇਨਸਾਫ ਮੋਰਚੇ ਦਾ ਸੰਬੰਧ ਉਸ ਮਹਾਨ ਕਾਰਜ, ਉਸ ਮਹਾਨ ਕੁਰਬਾਨੀ ਨਾਲ ਹੈ ਜਿਹੜੀ 1995 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਸਿੰਘਾਂ ਵੱਲੋਂ ਕੀਤੀ ਗਈ। ਉਹ ਲੋਕ ਜਿਹੜੇ ਕੁਰਸੀਆਂ ਤੇ ਬੈਠ ਕੇ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ, ਆਪਣੇ ਅਹੁਦਿਆਂ ਦੀ ਦੁਵਰਤੋਂ ਕਰਦੇ ਹੋਏ ਕਾਨੂੰਨ ਨੂੰ ਪੈਰਾਂ ਥੱਲੇ ਦਰੜ ਕੇ, ਅਦਾਲਤਾਂ ਨੂੰ ਨਜ਼ਰਅੰਦਾਜ਼ ਕਰਕੇ, ਹਰ ਤਰ੍ਹਾਂ ਦੀ ਸੁਣਵਾਈ ਬੰਦ ਕਰਕੇ, ਸ਼ਰੇਆਮ ਨੌਜਵਾਨਾਂ ਨੂੰ ਘਰਾਂ ਤੋਂ ਭਜਾ ਕੇ ਜਾਂ ਘਰਾਂ ਚੋਂ ਚੁੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਗਿਆ। ਉਸ ਵੇਲੇ ਇਹਨਾਂ ਬੰਦੀ ਸਿੰਘਾਂ ਨੇ ਜਿਹੜਾ ਸੀਗਾ ਇੱਕ ਕੌਮੀ ਕਾਜ ਕੀਤਾ। ਉਸ ਕੌਮੀ ਕਾਜ ਨੂੰ ਮੁੱਖ ਰੱਖਦਿਆਂ ਹੋਇਆਂ ਭਾਵੇਂ ਦੇਰੀ ਨਾਲ ਹੀ ਸਹੀ ਕੌਮ ਜਾਗੀ ਔਰ ਕੌਮ ਨੇ ਜਾਗ ਕੇ ਇੱਕ ਕੌਮੀ ਇਨਸਾਫ ਮੋਰਚੇ ਦੇ ਰੂਪ ਵਿੱਚ ਇੱਕ ਵੱਡਾ ਅੰਦੋਲਨ, ਇੱਕ ਵੱਡਾ ਮੋਰਚਾ ਸ਼ੁਰੂ ਕੀਤਾ। ਸੋ ਉਹ ਸਤਿਕਾਰਯੋਗ ਨੇ, ਬਿਲਕੁਲ ਬਾਕੀ ਦੇ ਉਹਨਾਂ ਸਿੰਘਾਂ ਵਾਂਗ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਨ ਦਾ ਮਨ ਵਿੱਚ ਧਾਰ ਕੇ ਆਪਣੇ ਘਰਾਂ ਤੋਂ ਨਿਕਲੇ ਔਰ ਆਪਣੇ ਪਰਿਵਾਰ ਔਰ ਆਪਣੀਆਂ ਜ਼ਿੰਦਗੀਆਂ ਪੰਥ ਕੌਮ ਦੇ ਉੱਤੋਂ ਕੁਰਬਾਨ ਕੀਤੀਆਂ। ਇਹ ਭਾਵੇਂ ਅੱਜ ਜਿਉਂਦੇ ਨੇ, ਪਰ ਜਿਸ ਦਿਨ ਇਹ ਘਰੋਂ ਚੱਲੇ ਸੀ, ਇਹ ਜਿਉਂਦੇ ਰਹਿਣ ਲਈ ਨਹੀਂ ਸੀ ਚੱਲੇ। ਇਹਨਾਂ ਦਾ ਮਨਸ਼ਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਸ਼ਹਾਦਤ ਨੂੰ, ਉਸ ਗੁਰੂ ਨੂੰ ਆਪਣੀ ਝੋਲੀ ਵਿੱਚ ਪਾਉਣਾ ਸੀ। ਇਸੇ ਕਰਕੇ ਇਹਨਾਂ ਨੂੰ ਅਸੀਂ ਜਿਉਂਦੇ ਸ਼ਹੀਦ ਮੰਨਦੇ ਹਾਂ। ਸੋ ਮੇਰੀ ਬੇਨਤੀ ਕੇਵਲ ਇੰਨੀ ਹੈ ਕਿ ਇੱਥੇ ਜਿਹੜੇ ਲੱਖਾਂ ਲੋਕ ਆਏ ਨੇ, ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਉਸ ਵੱਡੇ ਕੌਮੀ ਕਾਰਜ ਨੂੰ ਸਮਰਪਿਤ ਹੈ, ਨਾ ਕਿ ਮਤਲਬ ਛੋਟੇ ਮੋਟੇ ਜਿਹੜੇ ਗਿਲੇ ਹੈਗੇ ਆ ਉਹਨਾਂ ਨੂੰ ਸਾਨੂੰ ਬਿਲਕੁਲ ਪਾਸੇ ਧਰ ਦੇਣਾ ਚਾਹੀਦਾ। ਠੀਕ ਹੈ। ਮੈਂ ਇਸ ਵੇਲੇ ਬੀਜੇਪੀ ਦੇ ਆਏ ਬੁਲਾਰੇ ਉਹਨਾਂ ਤੋਂ ਜਾਣਨਾ ਚਾਹੂੰਗਾ ਕਿ ਜਿਹੜੇ ਬਿਆਨ ਦਿੱਤੇ ਗਏ ਹੈ ਉਹ ਇਸ ਬਿਆਨ ਦੇ ਕੀ ਮਾਇਨੇ ਕੱਢਦੇ ਆ, ਕਿਉਂਕਿ ਉਹ ਕਹਿੰਦੇ ਆ ਕਿ ਤੁਸੀਂ ਕਿਸ ਪਾਰਟੀ ਦੇ ਹੋ ਦੱਸੋ, ਮੈਂ ਤਾਂ ਅਕਾਲੀ ਹਾਂ, ਅਕਾਲੀ ਰਹਾਂਗਾ। ਇਹ ਕਿਉਂ ਉਹਨਾਂ ਨੂੰ ਕਹਿਣਾ ਪਿਆ? ਕਿ ਇਹ ਮੋਰਚਾ ਪੋਲੀਟੀਕਲ ਮੋਟੀਵੇਟਡ ਮੋਰਚਾ? ਦੇਖੋ ਗੱਲ ਇਹ ਹੈ ਵੀ ਇਹ ਚੱਕਰ ਇਹ ਲੱਗਦਾ ਜਿਸ ਤਰ੍ਹਾਂ ਕਿ
ਰਾਜੋਆਣਾ ਸਾਹਿਬ ਨੇ ਬਿਆਨ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ ਇਸ ਤੋਂ ਸਾਫ਼ ਹੁੰਦਾ ਕਿ ਰਾਜਾ ਸਾਹਿਬ ਕਹਿੰਦੇ ਮੈਂ ਅਕਾਲੀ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਅਸੀਂ ਮੋਰਚੇ ਦੇ ਹਮਾਇਤ ਕਰਦੇ ਹਾਂ। ਇਹ ਉਹਨਾਂ ਦੀ ਆਪਸੀ ਚੱਕਰਬਾਜ਼ੀ ਕੋਈ ਲੱਗਦੀ ਹੈ, ਕਿਉਂਕਿ ਅਕਾਲੀ ਦਲ ਤੋਂ ਇਹ ਸਾਬਤ ਹੁੰਦਾ ਵੀ ਅਕਾਲੀ ਦਲ ਇਹ ਬੰਦਿਆਂ ਦੀ ਰਿਹਾਈ ਨੂੰ ਦੇ ਹੱਕ 'ਚ ਨਹੀਂ ਹੈਗਾ। ਜੇ ਰਾਜੋਆਣਾ ਸਾਹਿਬ ਉਹਨਾਂ ਦੀ ਭੈਣ ਨੂੰ ਅਕਾਲੀ ਦਲ ਪਾਰਲੀਮੈਂਟ 'ਚ ਚੋਣ ਲੜਾਉਂਦਾ ਹੈ ਤਾਂ ਇਹਦਾ ਮਤਲਬ ਹੈ ਅਕਾਲੀ ਦਲ, ਰਾਜੋਆਣਾ ਤੇ ਅਕਾਲੀ ਦਲ ਇੱਕ ਨੇ। ਸਾਰਾ ਕੁਝ ਛੱਡ ਕੇ ਉਹਨਾਂ ਨੇ ਰਾਜੋਆਣਾ ਦੀ ਭੈਣ ਜੀ ਨੂੰ ਟਿਕਟ ਦਿੱਤੀ ਤੇ ਸੰਗਰੂਰ ਤੋਂ ਚੋਣ ਲੜਾਈ। ਨੂੰ ਲੈ ਕੇ ਤਾਂ ਕੋਈ ਸ਼ੱਕ ਨਹੀਂ, ਕੋਈ ਸ਼ੰਕਾ ਨਹੀਂ ਬੀਜੇਪੀ ਨੂੰ, ਜਾਂ ਹੈ? ਇਹ ਮੋਰਚਾ ਤਾਂ ਲਾਉਣ ਦਾ ਹੱਕ ਹੈ ਜੀ। ਜਿਹੜੇ ਡੈਮੋਕ੍ਰੇਸੀ 'ਚ ਕਿਸੇ ਨੂੰ ਵੀ ਮੋਰਚਾ ਲਾਉਣ ਦਾ ਹੱਕ ਹੈ, ਕੋਈ ਵੀ ਹੋਵੇ। ਉੱਥੇ ਤਾਂ ਕੋਈ ਇਤਰਾਜ਼ ਨਹੀਂ ਕਿਸੇ ਨੂੰ, ਮੋਰਚਾ ਲਾ ਸਕਦੇ ਆ। ਜੇ ਉਹਨਾਂ ਦੀ ਕੋਈ ਡਿਮਾਂਡ ਹੈ ਉਹ ਮੋਰਚਾ ਲਾ ਸਕਦੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਬੀਜੇਪੀ ਨੂੰ ਕੋਈ ਇਤਰਾਜ਼ ਨਹੀਂ ਕਿ ਰਿਹਾਈ ਹੋਣੀ ਚਾਹੀਦੀ ਹੈ, ਜਿਹੜੀ ਮਜ਼ੀਦ ਸਜ਼ਾਵਾਂ। ਬਿਲਕੁਲ ਭਾਜਪਾ ਬਿਲਕੁਲ ਹਾਮੀ ਹੈ। ਜਿੰਨੇ ਵੀ ਸਜ਼ਾ ਕਰ ਚੁੱਕੇ ਨੇ ਉਹ ਸਿੱਖਾਂ ਦੀ ਵੀ, ਚਾਹੇ ਉਹ ਕਿਸੇ ਧਰਮ ਦੇ ਹੀ ਹੋਣ, ਜਿਨ੍ਹਾਂ ਨੇ ਵੀ ਸਜ਼ਾ ਪੂਰੀ ਕਰ ਲਈ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਭਾਜਪਾ ਇਸ ਸਾਈਡ ਤੇ ਕਲੀਅਰ ਹੈ ਕਿ ਹੋ ਚੁੱਕੀ ਹੈ, ਪਰ ਹੋ ਨਹੀਂ ਰਹੀ। 14 ਤੋਂ ਇਹ ਦੇਖੋ ਗੱਲ ਇਹ ਹੈ, ਮੈਂ ਤੁਹਾਨੂੰ ਦੱਸਦਾ, ਜਦੋਂ ਪ੍ਰਧਾਨ ਮੰਤਰੀ ਜੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਉਤਸਵ ਤੇ ਆਏ ਸੀ, ਉਹਨਾਂ ਨੇ ਅਨਾਉਂਸ ਕੀਤਾ ਸੀ, ਉਹਨਾਂ ਨੂੰ 11 ਬੰਦਿਆਂ ਦੀ ਲਿਸਟ ਦਿੱਤੀ ਗਈ ਸੀ। ਉਹਨਾਂ ਵਿੱਚੋਂ 9 ਬੰਦਿਆਂ ਦਾ ਫੈਸਲਾ ਕਰਕੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। 2 ਬੰਦਿਆਂ ਦਾ ਕੇਸ ਪੈਂਡਿੰਗ ਹੈ ਤੇ ਹੁਣ ਵੀ ਹਿੰਦੁਸਤਾਨ ਦੀ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਸਾਰੀਆਂ ਸਟੇਟਾਂ ਨੂੰ ਕਿਹਾ ਕਿ ਜੇ ਤੁਹਾਡੇ ਜਿਹੜੇ ਕੈਦੀ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੇ ਕੇਸ ਤੁਸੀਂ ਸਾਨੂੰ ਭੇਜੋ, ਅਸੀਂ ਉਹਨਾਂ ਦੇ ਪੂਰੀ ਹਮਦਰਦੀ ਨਾਲ ਵਿਚਾਰ ਕਰਾਂਗੇ। ਇਹ ਜਿਹੜੀਆਂ ਸਟੇਟ ਸਰਕਾਰਾਂ ਹੁਣ ਉਹਨਾਂ ਦੇ ਹੱਥ 'ਚ ਗੇਮ ਹੈ, ਉਹ ਨਹੀਂ ਭੇਜ ਰਹੀਆਂ। ਸਟੇਟ ਸਰਕਾਰਾਂ ਕੋਲ ਜੇ ਭੇਜਣਗੀਆਂ ਤਾਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਹਮਦਰਦੀ ਨਾਲ ਵਿਚਾਰ ਕਰਨ ਲਈ ਤਿਆਰ। ਤਾਂ ਪਾਸੀ ਸਾਹਿਬ, ਕੀ ਫਿਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਕੰਮ ਕਰਨਾ ਜਿਹੜਾ ਹੈ ਉਹ ਪੈਂਡਿੰਗ ਰਹਿ ਗਿਆ? ਜਿਸ ਤਰੀਕੇ ਨਾਲ ਕਹਿ ਰਿਹਾ ਕਿ ਸੂਬਾ ਸਰਕਾਰਾਂ ਦੇ ਪਾਲੇ 'ਚ ਖੇਡ ਹੈ ਹੁਣ ਤਾਂ ਸਾਰੀ। ਨਹੀਂ, ਇਹ ਬੀਜੇਪੀ ਨਾ ਲਗਾਤਾਰ ਗੁੰਮਰਾਹ ਕਰਨ ਦੀ ਹੀ ਗੇਮ ਖੇਲਦੀ ਹੈ। ਇਹ ਕੇਂਦਰ ਨਾਲ ਸੰਬੰਧਿਤ ਮਸਲਾ, ਕੇਂਦਰ ਨੇ ਡਿਸਾਈਡ ਕਰਨਾ ਹੈ। ਸਾਡੇ ਹੱਥ 'ਚ ਹੁੰਦਾ, ਹੁਣ ਤੱਕ ਤਾਂ ਅਸੀਂ ਬਿਲਕੁਲ ਇਹਨੂੰ ਲੀਗਲੀ ਡਿਸਾਈਡ ਕਰ ਚੁੱਕੇ ਹੁੰਦੇ। ਇਹ ਤਾਂ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਨਾ ਬੀਜੇਪੀ ਦੀ ਸਰਕਾਰ ਆਪਣਾ ਆਧਾਰ ਬਣਾਉਣ ਦੇ ਲਈ ਕਿਤੇ ਨਾ ਕਿਤੇ ਪਰਦੇ ਪਿੱਛੇ ਇਹੋ ਜਿਹਾ ਖੇਲ ਖੇਲਦੀ ਹੈ ਔਰ ਫਿਰ ਇਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਤਾਂ ਕਲੀਅਰ ਹੈ। ਔਰ ਅਕਾਲੀ ਬੀਜੇਪੀ ਦੀ ਜਿਹੜੀ ਸੋਚ ਹੈ ਨਾ, ਉਹਨੂੰ ਤੁਸੀਂ ਕਿੱਥੋਂ ਤੱਕ ਆਪਾਂ ਸੋਚ ਸਕਦੇ ਹਾਂ ਕਿ ਇਹ ਕਿੱਦਾਂ ਦੀਆਂ ਗੱਲਾਂ ਕਰ ਸਕਦੇ ਆ। ਇਹ ਤਾਂ ਬੀਜੇਪੀ ਦੇ ਬਾਰੇ ਆਪਾਂ ਕਿਆ ਕਹਾਂਗੇ, ਕਿਸੇ ਟਾਈਮ 'ਚ ਇਹ ਮੁਸਲਿਮ ਲੀਗ ਨਾਲ ਸਮਝੌਤਾ ਕਰਕੇ ਸੀ ਨਾਗਪੁਰ ਦੇ ਵਿੱਚ MCD ਦੇ ਵਿੱਚ ਆਪਣਾ ਮੇਅਰ ਦੀ ਚੋਣ ਦੇ ਸਮੇਂ, ਇਹ ਮੁਫਤੀ ਸੈयद ਨੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਸਮਝੌਤਾ ਕਰਕੇ ਸੀ। ਇਹ ਮਤਲਬ ਬੀਜੇਪੀ ਦਾ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਔਰ ਸੈਂਟਰ ਸਰਕਾਰ ਨੇ ਕਰਨਾ ਹੈ ਡਿਸੀਜਨ ਜੋ ਵੀ ਲੈਣਾ। ਲੱਗਦਾ ਚੰਨੀ ਸਾਹਿਬ ਤੁਹਾਡੀ ਗੱਲ ਨਾਲ ਇਤਫਾਕ ਨਹੀਂ ਰੱਖਦੇ, ਕੁਝ ਕਹਿਣਾ ਚਾਹੁੰਦੇ, ਇੱਕ ਮੈਂ ਉਹਨਾਂ ਦੀ ਗੱਲ ਲੈ ਲਾਂ। ਹਾਂਜੀ ਚੰਨੀ ਜੀ। ਜੀ ਦੇਖੋ ਜੀ, ਪਹਿਲੀ ਗੱਲ ਤਾਂ ਜਦੋਂ 11 ਬੰਦਿਆਂ ਦੀ ਲਿਸਟ ਗਈ ਉਹ ਚੋਂ 9 ਕੇਂਦਰ ਸਰਕਾਰ ਨੇ ਰਿਹਾ ਕੀਤੇ, ਉਹ ਸਟੇਟ ਸਰਕਾਰ ਤੋਂ ਲਿਸਟ ਗਈ। ਇਹਨਾਂ ਨੂੰ ਪੁੱਛੋ, ਇਹ ਕਹਿੰਦੇ ਜੀ ਕੇਂਦਰ ਨਹੀਂ ਕਰਨਾ ਰਿਹਾ। ਚਲੋ ਹਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦਿੱਲੀ ਵਿੱਚ ਇਹਨਾਂ ਦੀ ਸਰਕਾਰ ਕੋਲ ਹੈ, 6 ਵਾਰ ਉਹ ਪੁੱਟਅਪ ਹੋਈ ਹੈ। ਇਹਨਾਂ ਦਾ ਜੇਲ੍ਹ ਮੰਤਰੀ ਉਸ ਕਮੇਟੀ ਦਾ ਹੈੱਡ ਹੈ ਜਿਹੜਾ ਜੇਲ੍ਹ ਦੇ ਅੰਦਰ ਬੈਠਾ ਹੈ, ਉਹਦੇ ਕੋਲ 6 ਵਾਰ ਉਹ ਕਮੇਟੀ ਕੋਲ ਗਈ ਹੈ। ਇਹਨਾਂ ਦੀ ਫੁੱਲ ਪਾਵਰ ਹੈ ਕਮੇਟੀ 'ਚ, 4 ਮੈਂਬਰ ਉਹਨਾਂ ਤੋਂ ਇਲਾਵਾ ਇਹਦੇ ਨੇ, ਪੂਰੀ ਮੈਜੋਰਟੀ 'ਚ ਹੈ। 6 ਵਾਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਅਰਜ਼ੀ ਇਹਨਾਂ ਨੇ ਖਾਰਜ ਕੀਤੀ ਹੈ। ਇਹ ਗਲਤ ਗੱਲਾਂ ਕਰ ਰਹੇ ਨੇ, ਬੀਜੇਪੀ ਨੂੰ ਦਾ ਨਾਂ ਲੈ ਕੇ ਗੁੰਮਰਾਹ ਕਰ ਰਹੇ ਨੇ। ਇਹਨਾਂ ਨੂੰ ਪੁੱਛੋ ਵੀ 6 ਵਾਰ ਕਿਉਂ ਰਿਹਾਈ ਖਾਰਜ ਕੀਤੀ ਉਹਦੀ। ਕਹਿੰਦੇ ਆ ਵੀ ਨਾਂ ਤੁਸੀਂ ਬੀਜੇਪੀ ਤੇ ਲੈ ਰਹੇ ਹੋ, ਗੁੰਮਰਾਹ ਤੁਸੀਂ ਆਪ ਕਰਦੇ ਹੋ। ਬਿਲਕੁਲ ਨਹੀਂ ਸਰ, ਇਹਨਾਂ ਦਾ LG ਕਠਪੁਤਲੀ ਬਣਿਆ ਹੋਇਆ। LG ਦੇ ਥਰੂ ਹੀ ਹਰ ਵਾਰੀ ਜਿਹੜਾ ਹੈ ਇਹਨਾਂ ਨੇ ਖੇਲ ਖੇਡਿਆ। ਨਹੀਂ, ਉਹਦਾ LG ਦਾ ਕੋਈ ਲਿੰਕ ਨਹੀਂ ਜੀ। ਦਵਿੰਦਰਪਾਲ ਭੁੱਲਰ ਦੀ ਰਿਹਾਈ। ਚਲੋ ਬੋਲੋ ਮੈਂ ਕਦੇ ਬੋਲੋ ਸਾਹਿਬ ਇੰਟਰਪਟ ਨਹੀਂ ਕਰਦਾ। ਬੋਲੋ, ਠੀਕ ਹੈ ਬੋਲੋ। LG ਦੇ ਥਰੂ ਹਮੇਸ਼ਾ ਖੇਲ ਖੇਲਦੇ ਆ ਔਰ ਅਸੀਂ ਤਾਂ, ਸਾਡਾ ਤਾਂ ਤੁਸੀਂ ਭਗਵੰਤ ਮਾਨ ਜੀ ਦਾ ਸਟੈਂਡ ਵੀ ਸੁਣ ਲਿਆ, ਸਾਡਾ ਕਲੀਅਰ ਹੈ ਕਿ ਜਿਨ੍ਹਾਂ ਦੀ ਵੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ। ਆ ਸਾਡੇ ਪੰਜਾਬ ਆਮ ਆਦਮੀ ਪਾਰਟੀ ਦਾ ਇਸ ਮਸਲੇ ਦੇ ਉੱਤੇ ਸਟ੍ਰਿਕਟਲੀ ਬਿਲਕੁਲ ਕਲੀਅਰ ਔਰ ਇਹ ਲੀਗਲ ਵੀ ਹੈ। ਅਸੀਂ ਤਾਂ ਲੀਗਲ ਗੱਲ ਕਰ ਰਹੇ ਹਾਂ। ਕੇਂਦਰ ਸਰਕਾਰ ਖੁਦ ਤੁਸੀਂ ਦੇਖੋ ਕਿ ਹਰ ਜਗ੍ਹਾ ਪੰਜਾਬ ਦੀ ਪਿੱਠ ਤੇ ਛੁਰਾ ਮਾਰਦੀ ਆਈ ਹੈ ਬੀਜੇਪੀ ਦੀ ਸਰਕਾਰ ਔਰ
ਕਿੰਨੀਆਂ ਕੁ ਐਗਜ਼ਾਮਪਲਾਂ ਅਗਰ ਤੁਸੀਂ ਕਹੋਗੇ ਫਿਰ ਇਹ ਡਿਬੇਟ ਦਾ ਜਿਹੜਾ ਵਿਸ਼ਾ ਕਈ ਵਾਰੀ ਇੱਧਰ ਉੱਧਰ ਹੋ ਜਾਂਦਾ, ਮੈਂ ਉਸ ਕਰਕੇ, ਨਹੀਂ ਤਾਂ ਮੈਂ ਤੁਸੀਂ ਜਿੰਨੀਆਂ ਐਗਜ਼ਾਮਪਲਾਂ ਕਹੋਗੇ ਮੈਂ ਦੇ ਦੇਣਾ। ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਬੀਜੇਪੀ ਵਾਲਿਆਂ ਨੂੰ, ਕੇਂਦਰ 'ਚ ਰਾਸ਼ਟਰਪਤੀ ਤੁਹਾਡੇ ਆ, ਤੁਹਾਡੀ ਮਤਲਬ ਹੁਣ ਤਾਂ ਚਲੋ ਸਾਡੇ ਪੂਰੇ ਦੇਸ਼ ਦੇ ਰਾਸ਼ਟਰਪਤੀ ਹੈ, ਪ੍ਰਧਾਨ ਮੰਤਰੀ ਜੀ ਤੁਹਾਡੇ ਆ, ਮੰਨਿਆ ਕੁਝ ਕਾਰਪੋਰੇਟ ਸੈਕਟਰ ਦੇ ਦੋਸਤਾਂ ਦੇ ਜ਼ਿਆਦਾ ਹੈ, ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਪ੍ਰਧਾਨ ਮੰਤਰੀ ਬੀਜੇਪੀ ਦੇ, ਰਾਸ਼ਟਰਪਤੀ ਤੁਹਾਡੇ ਹੱਥ, ਤੁਸੀਂ ਕਰੋ। ਅਸੀਂ ਕਦੋਂ ਰੋਕਿਆ ਤੁਹਾਨੂੰ? ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦੀ ਜਿਹੜਾ ਹੈ, ਅਸੀਂ ਤਾਂ ਪੰਜਾਬ ਦਾ ਮਾਹੌਲ ਬਿਲਕੁਲ ਸ਼ਾਂਤ ਚਾਹੁੰਦੇ ਹਾਂ ਔਰ ਪੰਜਾਬ ਨੂੰ ਤਰੱਕੀ ਵੱਲ ਵਧਾਉਣਾ ਚਾਹੁੰਦੇ ਹਾਂ। ਚੰਨੀ ਸਾਹਿਬ ਕੀ ਕਹੋਗੇ? ਦੇਖੋ ਜੀ, ਗੱਲ ਇਹ ਹੈ, ਝੂਠ ਦਾ ਕੋਈ ਅੰਤ ਨਹੀਂ ਹੁੰਦਾ, ਜਿੰਨਾ ਮਰਜ਼ੀ ਬੋਲ ਲਓ। अब पिछले महीने पटियाला जेल दे प्रोफेसर गुरमीत सिंह की रिहाई वास्ते हाई कोर्ट च अर्जी लगी, इन्होंने डीसी तो आर्डर कराते भी इनकी रिहाई नहीं होनी चाहिए, रिकमेंड करके नहीं भेजी, और अर्जी खारिज हो गई। जे राष्ट्रपति को फाइल, राष्ट्रपति ताही माफ करू, किसी ने कोई फाइल जाऊगी, फाइल किने भेजनी है? फाइल सेंटर ने पंजाब तो मंगा के नहीं भेजनी। पंजाब के ਜਿਹੜੇ कैदी बंदी सिख ने उन्होंने फाइल स्टेट सरकार ने बना के भेजनी है, वो कहते राष्ट्रपति को जाने की लोड़ ही नहीं। आम आदमी पार्टी ने रुकवानी चाहिए, ये कह रहे हो तुसी? बिल्कुल रुकवाई जी, ਉਹਦੀ ਰਿਹਾਈ ਨਹੀਂ ਹੋਈ ਉਦੋਂ प्रोफेसर गुरमीत सिंह ਦੀ ਪਟਿਆਲਾ ਜੇਲ੍ਹ ਤੋਂ, ਡੀਸੀ ਨੇ ਰਿਕਮੈਂਡ ਨਹੀਂ ਕੀਤੀ ਉਹਦੀ ਪੈਰੋਲ। ਇਹ ਗੱਲਾਂ ਕਰਦੇ ਨੇ ਤੇ ਰਾਸ਼ਟਰਪਤੀ ਕੋਲ ਫਾਈਲ ਉਦੋਂ ਜਾਣ। ਇੱਕ ਮਿੰਟ ਜੀ, ਇੱਕ ਮਿੰਟ ਪੂਰੀ ਕਰ ਲੈਣ, ਮੈਨੂੰ ਗੱਲ ਪੂਰੀ ਕਰ ਲੈਣ ਦਿਓ ਜੀ, ਮੈਨੂੰ ਗੱਲ ਪੂਰੀ ਕਰ ਲੈਣ ਦਿਓ ਜੀ। ਰਾਸ਼ਟਰਪਤੀ ਕੋਲ ਫਾਈਲ ਤਾਂ ਜਾਊਗੀ ਜੇ ਉਹਦਾ ਸੁਪਰੀਮ ਕੋਰਟ ਤੱਕ ਕੇਸ ਖਤਮ ਹੋ ਗਿਆ। ਜਦੋਂ ਕੇਂਦਰੀ ਗ੍ਰਹਿ ਮੰਤਰੀ ਕਹਿ ਰਿਹਾ ਵੀ ਫਾਈਲਾਂ ਸਾਡੇ ਕੋਲ ਭੇਜੋ, ਅਸੀਂ ਕਰਾਵਾਂਗੇ, ਫਿਰ ਕੀ, ਫਿਰ ਰਾਸ਼ਟਰਪਤੀ ਦੀ ਗੱਲ ਕਰਨ ਦੀ ਕੀ ਲੋੜ ਹੈ ਇਹਨਾਂ ਨੂੰ? ਜਿਹੜੇ ਕੈਦੀ, ਮੈਂ ਔਨ ਰਿਕਾਰਡ ਇੱਥੇ ਗੱਲ ਕਹਿ ਰਿਹਾ ਜੀ, 4 ਦਿਨ ਪਹਿਲਾਂ ਜੋ ਸੁਪਰੀਮ ਕੋਰਟ ਨੇ ਕਿਹਾ ਹੈ, ਸ਼ਾਇਦ ਤੁਸੀਂ ਉਹ ਨਹੀਂ ਪੜ੍ਹਿਆ, ਸ਼ਾਇਦ ਤੁਸੀਂ ਉਹ ਨਹੀਂ ਸੁਣਿਆ, ਉਹ ਵੀ ਦੱਸ ਦਿਓ। ਉਹ ਸੁਣਿਆ, ਉਹ ਫਾਈਲ, ਉਹ ਫਾਈਲ ਉਹਨਾਂ ਕੋਲ ਚੱਲ ਰਹੀ ਹੈ, ਉਹਦੀ ਪ੍ਰੋਸੈਸ ਚੱਲ ਰਿਹਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਸਿੱਧਾ ਸਿੱਧਾ ਕਿਹਾ ਕਿ ਤੁਸੀਂ ਕਿਉਂ ਇਸ ਨੂੰ ਲਮਕਾ ਰੱਖਿਆ, ਕਿਉਂ ਨਹੀਂ ਨਿਬੇੜਦੇ? ਠੀਕ ਹੈ ਕਿ ਹੈ, ਕੋਈ ਸ਼ੱਕ ਨਹੀਂ। ਹਾਂਜੀ, ਜਿਹੜੀ ਗੱਲ ਸਹੀ ਹੈ ਉਹਨੂੰ ਮੰਨਣ 'ਚ ਕੋਈ ਇਤਰਾਜ਼ ਨਹੀਂ। ਸੁਪਰੀਮ ਕੋਰਟ ਗਲਤ ਹੈ ਜਾਂ ਬੀਜੇਪੀ ਗਲਤ ਹੈ? ਨਹੀਂ, ਸੁਪਰੀਮ ਕੋਰਟ ਦੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ। ਸਰਕਾਰ ਨੇ ਕਿਹਾ ਵੀ ਅਸੀਂ ਫੈਸਲਾ ਕਰਕੇ ਜਲਦੀ ਦੱਸਦੇ ਹਾਂ। ਸੁਪਰੀਮ ਕੋਰਟ ਕੋਈ ਟਿੱਪਣੀ ਨਹੀਂ। ਸਰਕਾਰੀ ਕੰਮਾਂ 'ਚ ਕਈ ਵਾਰ ਕਿਸੇ ਟੈਕਨੀਕਲ ਕਾਰਨਾਂ ਕਰਕੇ ਕੋਈ ਲੇਟ ਵੀ ਹੋ ਜਾਂਦੀ ਹੈ, ਹੁੰਦੇ ਨੇ, ਠੀਕ ਹੈ। ਅਸੀਂ ਚਾਹੁੰਦੇ ਹਾਂ ਨਹੀਂ ਹੋਣਾ ਚਾਹੀਦਾ ਲੇਟ, ਇਸ ਗੱਲ ਦੇ ਵੀ ਅਸੀਂ ਹਾਮੀ ਹਾਂ। ਪਰ ਮੈਂ ਪਾਸੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪੰਜਾਬ ਦੇ ਅੰਦਰ ਕੈਦੀ ਬੰਦੀ ਨੇ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ, ਉਹਨਾਂ ਦੀ ਫਾਈਲ ਬਣਾ ਕੇ ਭੇਜਣ। ਮੈਂ ਤੁਹਾਡੇ ਨਾਲ ਔਨ ਰਿਕਾਰਡ ਗੱਲ ਕਰ ਰਿਹਾ, ਕੇਂਦਰੀ ਗ੍ਰਹਿ ਮੰਤਰੀ ਉੱਤੇ ਪੂਰੀ ਤਰ੍ਹਾਂ ਹਮਦਰਦੀ ਨਾਲ ਵਿਚਾਰ ਕਰਨਗੇ। ਠੀਕ ਹੈ, ਚਲੋ ਠੀਕ ਹੈ, ਮੈਂ ਇਸ ਗੱਲਬਾਤ ਨੂੰ ਜਾਰੀ ਰੱਖੂੰਗਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਜੁੜੇ ਆ। ਪੀਰ ਮੁਹੰਮਦ ਸਾਹਿਬ, ਮੈਂ ਇੱਕੋ ਹੀ ਗੱਲ ਪੁੱਛਾਂਗਾ, ਸਿੱਧੀ ਤੇ ਸਪਸ਼ਟ, ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦਾ ਸਾਥ ਦਿੰਦਾ ਜਾਂ ਨਹੀਂ ਦਿੰਦਾ? ਰਾਸ਼ਟਰਪਤੀ, ਪ੍ਰਧਾਨ ਮੰਤਰੀ ਔਰ ਸਿਸਟਮ ਦੇ ਨਾਲ ਲੜ ਰਿਹਾ ਹੈ, ਕਿਉਂਕਿ ਜਿਹੜਾ ਸਿਸਟਮ ਹੈ ਨਾ, ਸਿਸਟਮ ਦੇ ਵਿੱਚ ਕਦੀ ਕਾਂਗਰਸ ਆ ਜਾਂਦੀ, ਕਦੀ ਬੀਜੇਪੀ ਆ ਜਾਂਦੀ, ਕਦੀ ਕੋਈ ਆ ਜਾਂਦਾ, ਕਦੀ ਕੋਈ, ਜਿਹੜਾ ਮਰਜ਼ੀ ਆ ਜਾਏ, ਲੇਕਿਨ ਜਿਹੜਾ ਭਾਰਤੀ ਸਿਸਟਮ ਹੈ ਉਹਨੂੰ ਸਮਝਣ ਦੀ ਲੋੜ ਹੈ। ਉਸ ਦੇ ਵਿੱਚ ਮਾਈਨੋਰਿਟੀ ਤੇ ਮੈਜੋਰਿਟੀ ਦੇ ਵਿੱਚ ਭਿੰਨ ਭੇਦ ਰੱਖਿਆ ਜਾ ਰਿਹਾ ਹੈ। ਉਸ ਦੇ ਵਿੱਚ ਕੀ ਹੋ ਰਿਹਾ ਹੈ ਕਿ ਜਦੋਂ ਕੋਈ ਮਾਈਨੋਰਿਟੀ ਦਾ ਬੰਦਾ ਫਸ ਜਾਂਦਾ, ਬੰਦੀ ਸਿੰਘਾਂ ਦੇ ਲਈ ਲੱਗੇ ਮੋਰਚੇ ਦੀ ਰਿਹਾਈ ਦਾ ਹਾਮੀ ਭਰਦਾ ਜਾਂ ਨਹੀਂ ਭਰਦਾ ਅਕਾਲੀ ਦਲ? ਹਾਂਜੀ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦੀ ਹਾਮੀ ਭਰਦਾ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ? ਦੇਖੋ, ਜੇ ਹਾਮੀ ਭਰਦੇ ਤੇ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉੱਥੇ ਗਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿੰਘ ਰਾਜੋਆਣਾ ਕਹਿੰਦੇ ਆ ਕਿ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਮੈਂ ਅਕਾਲੀ ਸੀ, ਅਕਾਲੀਆਂ ਅਕਾਲੀ ਰਹਾਂਗਾ, ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ। ਦੇਖੋ, ਰਾਜੋਆਣੇ ਨੇ ਬੜੀ ਗੱਲ ਵਧੀਆ ਕਹੀ ਹੈ, ਉਹਨੇ ਕਿਹਾ ਕਿ ਮੈਂ ਅਕਾਲੀ ਹਾਂ ਤੇ ਅਸੀਂ ਸਾਰੇ ਅਕਾਲੀ ਹਾਂ। ਸਰਦਾਰ ਬਲਵਿੰਦਰ ਸਿੰਘ ਬੈਠੇ, ਇਹਨਾਂ ਨੂੰ ਪੁੱਛ ਲੈ, ਨਹੀਂ ਕਿ ਅਕਾਲੀ, ਅਸੀਂ ਸਾਰੇ ਅਕਾਲੀ ਹਾਂ। ਜਿਹੜਾ ਇੱਕ ਸਿੱਖ ਜਿਹੜਾ ਉਹ ਅਕਾਲ ਦੀ ਪੂਜਾ ਕਰਨ ਵਾਲਾ, ਉਹ ਆਪਣੇ ਆਪ ਨੂੰ ਅਕਾਲੀ ਕਹਿੰਦਾ। ਇਸ ਕਰਕੇ ਸਾਡੇ ਵਿਚਾਰਧਾਰਕ ਮਤਭੇਦ ਹੋ ਸਕਦੇ ਨੇ। ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਆ, ਉਹ ਸਤਿਕਾਰਯੋਗ ਸ਼ਖਸੀਅਤ ਨੇ, ਉਹਨਾਂ ਨੂੰ ਕੀ ਮਹਿਸੂਸ ਹੋਇਆ, ਉਹਨਾਂ ਨੇ ਕਿਉਂ ਬਿਆਨ ਦਿੱਤਾ, ਇਹਦਾ ਜਵਾਬ ਤਾਂ ਉਹ ਹੀ ਦੇ ਸਕਦੇ ਹਨ। ਨਹੀਂ, ਪਰ ਉਹਨਾਂ ਨੇ ਆਪਣੇ ਆਪ ਨੂੰ ਵੱਖਰਾ ਕਿਉਂ ਕਿਹਾ? ਉਹਨਾਂ ਨੇ ਮਤਲਬ ਕੀ ਉਹਨਾਂ ਨੂੰ ਮੋਰਚੇ ਦੇ ਅੰਦਰ ਕੋਈ ਘਾਟ ਨਜ਼ਰ ਆਉਂਦੀ ਹੈ? ਦੇਖੋ, ਲੰਮੇ ਸਮੇਂ ਤੋਂ ਉਹਨਾਂ ਦੇ ਵਕੀਲ ਜਿਹੜੇ ਰਹੇ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੇ ਕਈ ਵਾਰੀ ਚੰਗੇ ਵੀ ਸਬੰਧ ਬਣੇ ਰਹੇ ਆ, ਕਈ ਵਾਰੀ ਉਹਨਾਂ ਦੇ ਸਬੰਧਾਂ ਦੇ ਵਿੱਚ ਕੋਈ ਕੜੱਤਣ ਵੀ ਆਉਂਦੀ ਹੈ। ਜਿਹੜਾ ਬੰਦਾ ਫਰਸਟਰੇਟਡ ਹੁੰਦਾ, ਅੰਦਰ ਬੈਠ ਕੇ ਲਗਾਤਾਰ ਸਿਸਟਮ ਦੇ ਨਾਲ ਲੜ ਰਿਹਾ ਹੁੰਦਾ ਹੈ, ਤਾਂ ਜਦੋਂ ਉਹਨੂੰ ਕੋਈ ਪਰਿਵਾਰ
ਪੰਜਾਬ ਦੇ ਮੈਂਬਰ ਨਾਲ ਕੋਈ ਵੱਧ ਘੱਟ ਕੋਈ ਗੱਲ ਕਰਦਾ ਤਾਂ ਉਸ ਵੇਲੇ ਉਹ ਮਹਿਸੂਸ ਕਰਦਾ ਹੈ, ਉਹਦੇ ਕੋਲ ਜਿਹੜੀ ਖਬਰ ਜਾਏਗੀ ਅੰਦਰ ਤਾਂ ਉਹਨੇ ਤਾਂ ਉਹ ਫੀਲ ਕਰਨਾ ਨਾ ਕਿ ਮੇਰੇ ਨਾਲ, ਮੈਂ ਇੱਕ ਤਾਂ ਮੈਂ ਜੇਲ੍ਹ ਦੇ ਵਿੱਚ ਬੈਠਾ, ਮੇਰੇ ਮਾਤਾ ਮੇਰੇ ਪਿਤਾ ਜਿਹੜੇ ਆ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਤੇ ਅਜਿਹੇ ਹਾਲਾਤਾਂ ਦੇ ਵਿੱਚ ਮੈਨੂੰ ਜਿਹੜੀ ਪੈਰੋਲ ਵੀ ਨਹੀਂ ਮਿਲ ਰਹੀ, ਤੇ ਦੂਸਰੇ ਪਾਸੇ ਜਿਹੜੇ ਆ ਟੀਕਾ ਟਿੱਪਣੀਆਂ ਕਰਨ ਵਾਲੇ ਲੋਕ ਨੇ, ਦੇਖੋ ਕੁਰਬਾਨੀ ਜਿਹੜੀ ਹੈ, ਕੁਰਬਾਨੀ ਕਰਨ ਵਾਲਾ ਜਿਹੜਾ ਯੋਧਾ ਹੁੰਦਾ ਹੈ ਉਸ ਦਾ ਇੱਕ ਸਤਿਕਾਰ ਵੱਖਰੀ ਕਿਸਮ ਦਾ ਹੁੰਦਾ ਹੈ। ਸੋ ਸਾਨੂੰ ਕਈ ਵਾਰੀ ਉਹਨਾਂ ਦੀਆਂ ਗੱਲਾਂ ਜਰਨੀਆਂ ਵੀ ਪੈਂਦੀਆਂ ਨੇ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੜੇ ਸਪਸ਼ਟ ਰੂਪ ਦੇ ਵਿੱਚ ਜਿਹੜੀ ਵੀ ਗੱਲ ਕੀਤੀ, ਬੜੀ ਬੇਬਾਕੀ ਨਾਲ ਕੀਤੀ ਹੈ, ਅਦਾਲਤ ਦੇ ਸਾਹਮਣੇ ਕੀਤੀ ਹੈ ਗੱਲ। ਉਹਨਾਂ ਨੇ ਕਦੇ ਇਹ ਗੱਲ ਨਹੀਂ ਕਹੀ ਕਿ ਮੈਂ ਇੱਕ ਵਾਰੀ ਉਹਨਾਂ ਦਾ ਪੁੱਛ ਲਵਾਂ। ਇੱਕ ਮਿੰਟ ਪੀਰ ਮੁਹੰਮਦ ਜੀ, ਬਲਵਿੰਦਰ ਸਿੰਘ ਜੀ ਇਤਫਾਕ ਰੱਖਦੇ ਹੋ ਪੀਰ ਮੁਹੰਮਦ ਸਾਹਿਬ ਦੀ ਇਸ ਟਿੱਪਣੀ ਨਾਲ ਕਿ ਫਰਸਟ੍ਰੇਸ਼ਨ ਦੇ ਵਿੱਚੋਂ ਨਿਕਲੇ ਹੋਏ ਬੋਲ ਨੇ, ਉਹਨਾਂ ਦੇ ਆਪਣੀ ਸੋਚ ਹੋ ਸਕਦੀ ਹੈ? ਨਹੀਂ, ਮੇਰੀ ਗੱਲ ਨੂੰ ਤੁਸੀਂ, ਮੈਂ ਇਹ ਨਹੀਂ ਗੱਲ ਕਹਿ ਰਿਹਾ ਜੀ ਧਾਲੀਵਾਲ ਜੀ, ਮੇਰੀ ਗੱਲ ਨੂੰ ਨਾ ਤੁਸੀਂ ਟਵਿਸਟ ਨਾ ਕਰੋ। ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਇਨਸਾਨ ਜੇਲ੍ਹ ਦੇ ਵਿੱਚ ਬੈਠਾ ਹੈ, ਸਰਕਾਰ ਉਹਦੇ ਤੇ ਜ਼ਬਰ ਕਰ ਰਹੀ ਏ, ਦੂਸਰੇ ਪਾਸੇ ਜੇ ਕੋਈ ਆਪਣੇ ਜਿਹੜੇ ਆ ਉਹਨੂੰ ਆਪਣੇ ਸ਼ਬਦਾਂ ਦੇ ਨਾਲ, ਜੇ ਉਹਨਾਂ ਦੇ ਬੋਲਾਂ ਦੇ ਨਾਲ ਕੋਈ ਵਿੰਨਣ, ਤਾਂ ਉਹਨਾਂ ਨੂੰ ਦੁੱਖ ਤਾਂ ਲੱਗੇਗਾ ਹੀ ਨਾ। ਉਹਨਾਂ ਦੀ ਹੁਣ ਭੈਣ ਜੀ ਬਾਰੇ ਫੇਸਬੁੱਕ ਦੇ ਉੱਤੇ ਕੋਈ ਕਿਸੇ ਨੇ ਗਲਤ ਕਮੈਂਟਸ ਕੀਤੇ ਹੋਣ, ਜਾਂ ਕੋਈ ਇਸ ਤਰ੍ਹਾਂ ਕਵੇ ਕਿ ਇਹ ਰਾਜੋਆਣਾ ਸਾਹਿਬ ਜਿਹੜੇ ਆ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਗੱਲ ਕਰਦੇ। ਉਹਨਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਇੰਡੀਵਿਜੂਅਲ ਬੰਦੇ ਦੀ ਥੋੜਾ ਗੱਲ ਕੀਤੀ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ, ਉਹ ਕਰਦੇ ਰਹੇ ਨੇ। ਇਸ ਕਰਕੇ ਇਹ ਗੱਲ ਜਿਹੜੀ ਹੈ ਆਪਾਂ ਦੀ ਲੋੜ ਹੈ। ਮੈਂ ਉਹੀ ਗੱਲ ਕਹੀ ਹੈ, ਸ਼ਾਇਦ ਪੀਰ ਮੁਹੰਮਦ ਸਾਹਿਬ ਤੁਸੀਂ ਸਮਝੇ ਨਹੀਂ ਵੀ ਜੇ ਤੁਸੀਂ ਇਹੀ ਗੱਲ ਆਖੀ ਹੈ ਨਾ ਕਿ ਕੋਈ ਬੰਦਾ ਜਦੋਂ ਸਿਸਟਮ ਨਾਲ ਅੰਦਰ ਬੈਠਾ ਲੜ ਰਿਹਾ ਹੁੰਦਾ ਹੈ ਤੇ 100 ਮਤਭੇਦ ਹੋ ਜਾਂਦੇ ਆ, ਕੋਈ ਫਰਸਟ੍ਰੇਸ਼ਨ ਜੋ ਗੱਲ ਨਿਕਲ ਜਾਂਦੀ। ਤੁਸੀਂ ਉਹ ਗੱਲ ਕਹੀ ਹੈ, ਮੈਂ ਤਾਂ ਇਹ ਗੱਲ ਨਹੀਂ ਕਹੀ। ਮੈਂ ਤਾਂ ਉਹੀ ਗੱਲ ਬਲਵਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ ਵੀ ਉਹ ਇਸ ਗੱਲ ਨਾਲ ਸਹਿਮਤ ਨੇ, ਵੀ ਇਤਫਾਕ ਰੱਖਦੇ ਆ ਵੀ ਇਹ ਰਾਜੋਆਣਾ ਸਾਹਿਬ ਦੇ ਸਹਿ ਸੁਭਾਅ ਕੇ ਇਹ ਬੋਲ ਨੇ ਵੀ ਕੋਈ ਅਜਿਹੀ ਮਤਲਬ ਕੱਢਣ ਦੀ ਲੋੜ ਨਹੀਂ ਕਿ ਉਹ ਮੋਰਚੇ ਤੋਂ ਵੱਖ ਨੇ ਜਾਂ ਮੋਰਚੇ ਦੇ ਖਿਲਾਫ ਨੇ? ਦੇਖੋ, ਮੈਂ ਤਾਂ ਇਹਦੇ ਸੰਬੰਧੀ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਇਹ ਮੋਰਚਾ ਜਿਨ੍ਹਾਂ ਕੌਮੀ ਮਨਸ਼ਿਆਂ ਨੂੰ, ਕੌਮੀ ਨਿਸ਼ਾਨਿਆਂ ਨੂੰ ਲੈ ਕੇ ਲੱਗਿਆ, ਉਹ ਨਿਸ਼ਾਨਿਆਂ ਤੋਂ ਜਿਹੜੇ ਨਿੱਜੀ ਗਰਜ ਨੇ ਜਾਂ ਸਾਡੇ ਕੋਈ ਨਿੱਜੀ ਮਤਭੇਦ ਨੇ, ਉਹ ਬਹੁਤ ਛੋਟੇ ਰਹਿ ਜਾਂਦੇ ਸੋ ਇੱਥੇ ਆਏ ਹੋਏ ਲੱਖਾਂ ਲੋਕ ਨੇ ਜਿਹੜੇ ਸਾਨੂੰ ਉਹਨਾਂ ਦੀਆਂ ਭਾਵਨਾਵਾਂ ਦੀ, ਕਿਉਂਕਿ ਪਹਿਲਾਂ ਤੋਂ ਟਾਈਮ ਜਿਹੜਾ ਉਹਨਾਂ ਦਾ ਹੈਗਾ ਹੈ, ਇਸ ਕਰਕੇ ਮੈਂ ਤੁਹਾਡੇ ਕੋਲ ਮਾਫੀ ਮੰਗਾਂਗਾ ਕਿ ਮੈਨੂੰ ਹੁਣ ਦੂਸਰੇ ਪਾਸੇ ਜਾਣਾ ਪੈਣਾ। ਪਰ ਮੈਂ ਇਤਫਾਕ ਰੱਖਦਾ ਇਸ ਗੱਲ ਦੇ ਨਾਲ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆ ਬੈਠੇ ਨੇ ਸਰਦਾਰ ਇਕਬਾਲ ਸਿੰਘ, ਇਹਨਾਂ ਨੂੰ ਵੀ ਕਹਾਂਗਾ, ਆਮ ਆਦਮੀ ਪਾਰਟੀ ਨੂੰ ਕਹਾਂਗਾ, ਸਰਦਾਰ ਬਲਵਿੰਦਰ ਸਿੰਘ ਨੂੰ ਕਹਾਂਗਾ ਕਿ ਮਨੁੱਖੀ ਹੱਕਾਂ ਹਕੂਕਾਂ ਦੀ ਰਾਖੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਤੇ ਇਕਜੁੱਟਤਾ ਨਾਲ ਕਰਨੀ ਚਾਹੀਦੀ। ਵਿਚਾਰਧਾਰਕ ਮਤਭੇਦ ਪਾਸੇ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਦਾ ਹੱਕ ਬਣਦਾ ਹੈ। ਉਹਨਾਂ ਨੇ ਕਾਨੂੰਨ ਅਨੁਸਾਰ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਸੀ ਉਹ ਸਜ਼ਾ ਪੂਰੀ ਕਰ ਲਈਏ ਤੇ ਉਹਨਾਂ ਨੂੰ ਇੱਕ ਦਿਨ ਵੀ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ। ਜਾਣਾ ਹੋਊਗਾ ਪੀਰ ਮੁਹੰਮਦ ਸਾਹਿਬ, ਇੱਕ ਗੱਲ ਦਾ ਜਵਾਬ ਜ਼ਰੂਰ ਦੇ ਜੋ ਜਾਂਦੇ ਜਾਂਦੇ। ਸਵਾਲ ਇਹ ਵੀ ਉੱਠਦਾ, ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਅਕਾਲੀ ਦਲ ਹੁਣ ਸਿਰਫ ਵਿਖਾਵਾ ਕਰ ਰਿਹਾ ਹੈ। ਕਾਹਦੇ ਦਸਤਖਤ ਨੇ? ਜਦੋਂ ਤੁਹਾਡੇ ਦਸਤਕਾਂ ਦੀ ਅਹਿਮੀਅਤ ਸੀਗੀ, ਜਦੋਂ ਤੁਹਾਡੇ ਸਿਗਨੇਚਰ ਦੀ ਅਹਿਮੀਅਤ ਸੀਗੀ, ਉਦੋਂ ਜੇ ਕੀਤੇ ਹੁੰਦੇ ਤੇ ਅੱਜ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਾ ਪੈਂਦੀ, ਅੱਜ ਮੋਰਚੇ ਲਾਉਣ ਦੀ ਨੌਬਤ ਨਾ ਆਉਂਦੀ। ਦੇਖੋ ਤਾਲੀਵਾਲ ਜੀ, ਇੱਕ ਮੈਂ ਵੀ ਕੁਐਸਚਨ ਪੁੱਛਣਾ ਚਾਹੁੰਦਾ ਸਾਡੇ ਅਕਾਲੀ ਦਲ ਦੇ ਉਹਨਾਂ ਦੇ ਕੋਲ ਅਹਿਮੀਅਤ ਹੈ ਮੁੱਖ ਮੰਤਰੀ ਸਾਹਿਬ ਦੇ ਕੋਲ, ਤੇ ਉਹ ਕਿਉਂ ਨਹੀਂ ਬੰਦੀ ਸਿੰਘ ਰਿਹਾਈ ਮੋਰਚੇ ਦੇ ਲੀਡਰਾਂ ਨੂੰ ਮਿਲ ਰਹੇ? ਕਿਉਂ ਨਹੀਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਰਹੇ? ਇਹਨਾਂ ਨੂੰ ਮਿਲਣ ਵਾਸਤੇ ਚੰਡੀਗੜ੍ਹ ਦੇ ਵਿੱਚ ਰੋਜ਼ 31 ਸਿੰਘਾਂ ਦਾ ਜਥਾ ਲੈ ਕੇ ਜਾਣਾ ਪੈਂਦਾ ਹੈ। ਕਿਉਂ ਨਹੀਂ ਇਹਨਾਂ ਨੂੰ ਮਿਲ ਰਹੇ? ਹੁਣ ਉਹਨਾਂ ਦੀ ਕੀ ਪ੍ਰੋਬਲਮ ਹੈ, ਕੀ ਮਜਬੂਰੀ ਉਹਨਾਂ ਦੀ? ਸਰ ਇੱਕ ਕੁਐਸਚਨ, ਜੇ ਪੀਰ ਮੁਹੰਮਦ ਦੇ ਨਾਲ ਆਣ ਕੇ ਜਦੋਂ ਪਹਿਲਾਂ ਸਾਡੇ ਨਾਲ ਬੈਠਦੇ ਰਹੇ, ਹੁਣ ਕਿਉਂ ਨਹੀਂ ਬੈਠਦੇ? ਲੈ ਲਓ ਪੀਰ ਮੁਹੰਮਦ ਜੀ, ਮੈਂ ਇੱਕ ਕੁਐਸਚਨ ਸਿਰਫ ਪੁੱਛਣਾ ਚਾਹੁੰਦਾ, ਤੁਹਾਨੂੰ ਰਿਕੁਐਸਟ ਹੈ ਮੇਰੀ ਕਿ ਅਕਾਲੀ ਦਲ ਨੇ, ਸਾਡੇ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਲੀਡਰ ਹੈ ਮੇਨ, ਉਹਨਾਂ ਨੇ 13 ਨਵੰਬਰ 2015 ਨੂੰ ਕਿਹਾ ਸੀ ਕਾਤਲ ਹਵਾਰਾ ਕਦੇ ਵੀ ਕੌਮ ਨੂੰ ਸੇਧ ਨਹੀਂ ਦੇ ਸਕਦਾ। ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਬਾਦਲ ਸਾਹਿਬ ਨੇ ਕਿਹਾ ਸੀ ਅਗਰ ਬੰਦੀ ਸਿੰਘ ਰਿਹਾ ਹੋਣਗੇ, ਆਪਣੇ ਹਿਸਾਬ ਨਾਲ ਬਿਆਨ ਦਿੱਤਾ ਹੋਵੇਗਾ, ਲੇਕਿਨ ਉਹਨਾਂ ਨੇ ਕਦੇ ਵੀ ਕਾਤਲ ਨਹੀਂ ਕਿਹਾ। ਉਹਨਾਂ ਨੇ ਕੌਮ ਦੇ ਸਿੰਘਾਂ ਦਾ ਹਮੇਸ਼ਾ ਸਤਿਕਾਰ ਕੀਤਾ। ਮੈਂ ਪਰ ਇਹਦਾ ਜਵਾਬ ਸਰ ਆ ਪਿਆ ਜੀ, ਔਰ ਬਾਦਲ ਸਾਹਿਬ ਨੇ ਵੀ ਕਿਹਾ ਸੀ ਅਖਬਾਰ ਦੀ ਰਿਪੋਰਟਰ ਦੀ ਆਪਣੀ ਰਿਪੋਰਟਿੰਗ ਆਪਣੇ ਹਿਸਾਬ ਨਾਲ ਹੋ ਸਕਦੀ ਹੈ, ਕਿਸ ਵਿਊ ਦੇ ਵਿੱਚ ਕਿਸ ਸਮੇਂ ਉਹਨਾਂ ਨੇ ਕਿਵੇਂ ਬਿਆਨ ਦਿੱਤਾ, ਇਹਦਾ ਜਵਾਬ ਸਰਦਾਰ ਸੁਖਬੀਰ ਬਾਦਲ
ਅੱਛਾ ਚਲੋ ਇੱਕ ਚੀਜ਼ ਮੈਂ ਖੁਦ ਦੇਖੋ ਇੱਕ ਚੀਜ਼ ਮੰਨਦਾ ਕਿ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਰਾਜਨੀਤੀ ਦੀ ਇੱਕ ਬਹੁਤ ਅਹਿਮ ਸ਼ਖਸੀਅਤ ਹੈ, ਬਹੁਤ ਮਾਨਯੋਗ ਹੈ। ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਬੰਦੀ ਸਿੰਘ ਰਿਹਾ ਨਹੀਂ ਕਰਨੇ ਚਾਹੀਦੇ ਕਿਉਂਕਿ ਇਹਦੇ ਨਾਲ ਮਾਹੌਲ ਖਰਾਬ ਹੋਏਗਾ ਪੰਜਾਬ ਦਾ। ਤੀਸਰੀ ਚੀਜ਼ ਅਕਾਲੀ ਦਲ ਬੀਜੇਪੀ ਦੀ ਜਦੋਂ ਸਰਕਾਰ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਸਮੇਂ ਜਦੋਂ ਪੰਜਾਬ 'ਚ ਵੀ ਤੁਹਾਡੀ ਸਰਕਾਰ ਸੀ, ਕੇਂਦਰ ਦੇ ਵਿੱਚ ਵੀ ਤੁਹਾਡੀ ਸਰਕਾਰ ਸੀ, ਉਦੋਂ ਐਫਰਟਸ ਕਿਉਂ ਨਹੀਂ ਕੀਤੇ ਗਏ? ਔਰ ਲక్ష్ਮੀ ਕਾਂਤਾ ਚਾਵਲਾ ਜਿਹਦੇ ਮੈਂ ਕਿੰਨੇ ਕੁ ਬਿਆਨ ਸੁਣਾਦਾ ਤੁਹਾਨੂੰ, ਮੇਰੇ बीजेपी ਦੇ ਵੀਰ ਵੀ ਸੁਣ ਰਹੇ ਆ ਜੋ ਇਹਨਾਂ ਦੇ ਖਿਲਾਫ ਆਂਦੇ ਰਹੇ ਆ। ਮੈਂ ਡਿਟੇਲ ਵਾਈਜ਼ ਡੇਟ ਵਾਈਜ਼ ਵੀ ਦੇ ਸਕਦਾ। ਮੈਂ ਤੁਹਾਨੂੰ ਵੀਡੀਓ ਕੱਢ ਕੇ ਦਿਖਾ ਦਿੰਦਾ। ਮੈਂ ਤੇ ਭਗਵੰਤ ਮਾਨ ਅਸੀਂ ਇਕੱਠੇ ਲਖਨੌਰ ਸਾਹਿਬ ਔਰ ਅੰਬ ਸਾਹਿਬ ਬੈਠਦੇ ਰਹੇ ਆ ਇਕੱਠੇ, ਔਰ ਉੱਥੇ ਉਹ ਸਾਡੇ ਸਾਹਮਣੇ ਭਗਵੰਤ ਸਿੰਘ ਮਾਨ ਸਾਡੀ ਬਾਹ ਨਾਲ ਬਾਹ ਮਿਲਾ ਕੇ ਹੱਥ ਨਾਲ ਹੱਥ ਮਿਲਾ ਕੇ ਕਹਿੰਦੇ ਸੀ ਕਿ ਜਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਹੋਣਗੇ ਅਸੀਂ ਜਿੱਥੇ ਕਹੋ ਮੈਂ ਕੁਰਬਾਨੀ ਦੇਣ ਲਈ ਤਿਆਰ ਆ। ਅੱਜ ਉਹ ਮੁੱਖ ਮੰਤਰੀ ਬਣ ਗਿਆ, ਅੱਜ ਤੱਕ ਕੁਰਬਾਨੀ ਦੇਣ ਦੀ ਲੋੜ ਵੀ ਨਹੀਂ ਹੈਗੀ। ਅੱਜ ਤਾਂ ਉਹ ਉਹਨਾਂ ਦੀ ਇੱਕ ਹੁਕਮ ਚੱਲਣਾ, ਉਹ ਆਪਣੇ ਹੁਕਮ ਦਾ ਇਸਤੇਮਾਲ ਕਰਨ ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਕਿ ਜਿਹੜੀ ਉਹਨਾਂ ਦੀ ਟੇਬਲ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਪਈ ਏ ਉਹਦੇ ਤੇ ਦਸਤਕ ਕਰਨ। ਭਗਵੰਤ ਮਾਨ ਜੀ ਨੂੰ ਪੁੱਛੋ ਕਿ ਹੁਣ ਕੀ ਤੁਹਾਡੀ ਮਜਬੂਰੀ ਏ? ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਛੱਡ ਦਿਓ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਛੱਡ ਦਿਓ ਗੱਲ, ਅੱਜ ਦੀ ਗੱਲ ਕਰੋ। ਅੱਜ ਤੁਹਾਡੀ ਕੀ ਪ੍ਰੋਬਲਮ ਹੈ ਕਿ ਤੁਸੀਂ ਆ ਬੰਦੀ ਸਿੰਘ ਅੱਜ ਦੀ ਗੱਲ ਕਰਦੇ ਹਾਂ। ਹਾਂਜੀ ਪਾਸੀ ਜਿਹੜੇ ਸਾਹਿਬ ਸਿੰਘ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਮਿਲ ਰਹੇ? ਬਿਲਕੁਲ ਜੇ ਇਹ ਨਹੀਂ ਕਰ ਸਕੇ ਤੇ ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾ ਰਹੀਆਂ, ਫਿਰ ਤੁਸੀਂ ਕਰ ਲਓ ਉਹ ਚੀਜ਼ ਤੁਸੀਂ ਆਪਣੇ। ਸਰ ਭਗਵੰਤ ਮਾਨ ਜੀ ਨੇ 3 ਦਿਨ ਪਹਿਲਾਂ ਵੀ ਕਲੀਅਰ ਕਰਤਾ ਸੀ ਕਿ ਅਸੀਂ ਬੰਦੇ ਸਿੰਘਾਂ ਦੀ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੀ ਰਿਹਾਈ ਦੇ ਹੱਕ 'ਚ ਹੈ। ਅੱਜ ਵੀ ਉਹਨਾਂ ਦਾ ਸਟੈਂਡ ਉੱਥੇ ਹੀ ਹੈ। ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਸਾਰੇ ਬੰਦੇ ਇਹੀ ਦੇਖੋ, ਮੈਂ ਖੁਦ ਹਿਊਮਨ ਰਾਈਟ ਦੇ ਕਰਨੈਲ ਪੀਰ ਮੁਹੰਮਦ ਜੀ ਵੀ ਜਾਂਦੇ ਰਹੇ ਹਾਂ, ਮੈਂ ਵੀ ਹਿਊਮਨ ਰਾਈਟ ਦੇ ਐਕਟਿਵਿਸਟ ਦੇ ਤੌਰ ਤੇ ਕੰਮ ਕਰਦਾ ਰਿਹਾ, ਪ੍ਰੈਜ਼ੀਡੈਂਟ ਹੈਗਾ। ਅਸੀਂ ਖੁਦ ਇਸ ਚੀਜ਼ ਨੂੰ, ਕਿਉਂਕਿ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਅਸੀਂ ਉੱਥੇ ਖੜੇ ਹਾਂ। ਅਸੀਂ ਅੱਜ ਵੀ ਭਗਵੰਤ ਮਾਨ ਜੀ ਵੀ ਅਸੀਂ ਵੀ, ਲੇਕਿਨ ਇਹ ਸਾਰਾ ਕੁਝ ਡਿਸਾਈਡ ਕੇਂਦਰ ਦੀ ਸਰਕਾਰ ਨੇ ਔਰ ਸੁਪਰੀਮ ਕੋਰਟ ਨੇ ਕਿਹਨੂੰ ਕਿਹਾ? ਕੇਂਦਰ ਦੀ ਸਰਕਾਰ ਨੂੰ ਕਿਹਾ। ਜਿਹੜਾ ਬੇਸਿਕ ਪੁਆਇੰਟ ਹੈ ਇਹਨੂੰ ਆਪਾਂ ਡੀਰੇਲ ਕਰਨ ਲਈ ਗੁੰਮਰਾਹ ਕਰਨ ਲਈ ਹਾਂ ਬਿਲਕੁਲ, ਮੈਂ ਇਸੇ ਕਰਕੇ ਬਲਵਿੰਦਰ ਹੋਰਾਂ ਨੂੰ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਉਹਨਾਂ ਨੂੰ ਜੋੜਨਾ ਚਾਹੁੰਦਾ। ਬਲਵਿੰਦਰ ਸਿੰਘ ਜੀ, ਗੱਲ ਇਹ ਆ ਕਿ ਸਿਆਸੀ ਬਿਆਨਬਾਜ਼ੀਆਂ ਦੇ ਦਰਮਿਆਨ ਕੀ ਸਮਝ ਰਹੇ ਹੋ, ਕੀ ਮਹਿਸੂਸ ਕਰ ਰਹੇ ਹੋ ਕਿ ਸਿਰਫ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਹੱਲ ਵੱਲ ਵੀ ਕੋਈ ਵੱਧ ਰਿਹਾ? ਉਹਨਾਂ ਦਾ ਲਿੰਕ ਸ਼ਾਇਦ ਸਟਾਲ ਹੋ ਗਿਆ ਜੀ, ਸਟੇ ਹੋ ਗਿਆ। ਚਲੋ ਮੈਂ ਚੰਨੀ ਸਾਹਿਬ ਨੂੰ ਜ਼ਰੂਰ ਇਹ ਗੱਲ ਪੁੱਛਣੀ ਚਾਹੁੰਦਾ। ਚੰਨੀ ਸਾਹਿਬ, ਜੇਕਰ ਸਾਰੀ ਇਸ ਗੱਲ ਦੇ ਧਾਰਨੀ ਹੈ, ਆਮ ਆਦਮੀ ਪਾਰਟੀ ਵੀ, ਬੀਜੇਪੀ ਵੀ, ਅਕਾਲੀ ਦਲ ਵੀ, ਕਾਂਗਰਸ ਵੀ, ਤੇ ਫਿਰ ਰਿਹਾਈ ਦੇ ਵਿੱਚ ਅੜਿੱਕਾ ਕਿੱਥੇ ਹੈ? ਕਿਉਂ ਨਹੀਂ ਹੋ ਪਾ ਰਹੀ ਰਿਹਾਈ? ਚ ਅੜਿੱਕਾ ਸਿਆਸਤ ਹੈ ਜੀ। ਤੁਸੀਂ ਦੇਖੋ, ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਭੁੱਲਰ ਸਾਹਿਬ ਦੀ ਰਿਹਾਈ ਚ ਕੀ ਦੱਸੋ ਕੀ ਦਿੱਕਤ ਹੈ? ਮੈਨੂੰ ਦੱਸੋ ਉਹਦੇ ਚ ਕੀ ਦਿੱਕਤ ਹੈ, ਕਿਉਂ ਨਹੀਂ ਹੋ ਰਹੀ? ਉਹ 6 ਵਾਰ ਖਾਰਜ ਹੋਈ ਆ, ਉਹ ਦੱਸੋ, ਉਹਦਾ ਕੋਈ ਜਵਾਬ ਨਹੀਂ ਦੇਣਾ। ਪ੍ਰੋਫੈਸਰ ਗੁਰਮੀਤ ਸਿੰਘ ਦੀ ਪੈਰੋਲ ਰੱਦ ਕਰਵਾਤੀ, ਉਹਦਾ ਕੋਈ ਜਵਾਬ ਨਹੀਂ ਹੈ। 4 ਬੰਦੇ ਅੰਮ੍ਰਿਤਸਰ ਬੈਠੇ ਨੇ, ਉਹਨਾਂ ਦੀ ਫਾਈਲ ਭੇਜਣ ਕਿਉਂ ਨਹੀਂ ਭੇਜਦੇ? ਭੇਜਣ ਫਾਈਲ, ਅਸੀਂ ਜ਼ਿੰਮੇਵਾਰ, ਅਸੀਂ ਉਹਨੂੰ ਕਲੀਅਰ ਕਰਾ ਕੇ ਦੇਵਾਂਗੇ। ਸਾਡੀ ਪੰਜਾਬ ਦੀ ਪੂਰੀ ਜਨਤਾ, ਭਾਰਤੀ ਜਨਤਾ ਪਾਰਟੀ ਪੂਰੀ ਪੰਜਾਬ ਦੀ ਜਾਊਗੀ। ਲੈਣਾ ਚੰਨੀ ਸਾਹਿਬ ਜਵਾਬ ਲੈਣਾ ਉਹਨਾਂ ਦਾ? ਹਾਂ ਲਓ ਜੀ, ਇਹਨਾਂ ਨੂੰ ਪੁੱਛੋ ਕਿ ਜਿਹੜੀ, ਚਲੋ 1 ਮਿੰਟ, 1% ਆਪਾਂ ਸਿਰਫ ਫॉर ਦੀ ਸੇਕ ਆਫ ਡਿਬੇਟ ਚੰਨੀ ਸਾਹਿਬ ਨੂੰ, ਜੋ ਇਹ ਵੈਸੇ ਕਹਿ ਰਹੇ ਗਲਤ ਹੈ ਪਰ ਚਲੋ ਇਹਨੂੰ ਇੱਕ ਛੱਡ ਦਿੰਦੇ ਆ, ਤੁਸੀਂ ਦੱਸੋ ਜਿਹੜੀਆਂ ਕੇਂਦਰ ਸਰਕਾਰ ਕੋਲੇ ਬਾਕੀ ਸਾਰੇ ਬੰਦੀ ਸਿੰਘਾਂ ਦੀਆਂ ਫਾਈਲਾਂ ਕਦੋਂ ਤੋਂ ਪਈਆਂ? ਤੁਸੀਂ ਅੱਜ ਤੱਕ ਕੀ ਕੀਤਾ? ਸਿਰਫ ਤੁਸੀਂ 24 ਦੇ ਇਲੈਕਸ਼ਨ ਦੀ ਇੰਤਜ਼ਾਰ ਕਰ ਰਹੇ ਹੋ। ਤੁਸੀਂ ਸਿਰਫ ਇਹਦਾ ਰਾਜਨੀਤਿਕ ਮਕਸਦ ਦੇ ਨਾਲ ਇਸਤੇਮਾਲ ਕਰਨਾ ਚਾਹੁੰਦੇ ਹੋ। ਤੁਸੀਂ ਦੱਸੋ ਕਿੰਨੀਆਂ ਫਾਈਲਾਂ, ਮੈਂ ਤੁਹਾਨੂੰ ਦੱਸ ਦਿੰਦਾ ਕਿੰਨੀਆਂ ਫਾਈਲਾਂ ਤੁਹਾਡੇ ਕੇਂਦਰ ਸਰਕਾਰ ਕੋਲੇ ਪਈਆਂ ਔਰ ਤੁਸੀਂ ਉਹਦੇ ਉੱਤੇ ਸਿਰਫ 2014 ਤੋਂ ਤੁਹਾਡੀ ਸਰਕਾਰ ਹੈ ਕੇਂਦਰ ਦੇ ਵਿੱਚ। ਅੱਜ 2023 ਚੱਲ ਰਿਹਾ ਹੈ, ਪੰਜਾਬ ਤੁਹਾਡੀ ਸਰਕਾਰ ਰਹੀ ਹੈ, ਪੰਜਾਬ ਦੇ ਵਿੱਚ 10 ਸਾਲ ਤੁਹਾਡੀ ਔਰ ਅਕਾਲੀ ਦਲ ਦੀ ਸਰਕਾਰ ਰਹੀ ਹੈ। ਤੁਸੀਂ ਸਿਰਫ 2024 ਦੇ ਇਲੈਕਸ਼ਨ ਇਹਨੂੰ ਇੱਕ ਰਾਜਨੀਤਿਕ ਮੁੱਦਾ ਬਣਾਉਣਾ ਚਾਹੁੰਦੇ ਹੋ। ਮੈਂ ਤੁਹਾਨੂੰ ਜਵਾਬ ਦਿੰਦਾ, ਦੇਖੋ ਮੁੱਦਾ ਬਣਾਉਣ ਵਾਲੀ ਗੱਲ ਹੁੰਦੀ ਤਾਂ ਅਸੀਂ ਕੁਝ ਕਰਦੇ, ਅਸੀਂ ਤਾਂ ਕੋਈ ਕਾਰਵਾਈ ਨਹੀਂ ਕਰ ਰਹੇ। ਕਾਰਵਾਈ ਕੌਮੀ ਇਨਸਾਫ ਮੋਰਚਾ, ਇੱਕ ਮਿੰਟ ਜੀ, ਮੈਨੂੰ ਹੁਣ ਗੱਲ ਕਰ ਲੈਣ ਦਿਓ। ਦੇਖੋ, ਕੌਮੀ ਇਨਸਾਫ ਮੋਰਚਾ ਬੀਜੇਪੀ ਨੇ ਤੇ ਨਹੀਂ ਬਣਾਇਆ ਕਿ ਤੁਸੀਂ ਉਹਨੂੰ ਵੀ ਬੀਜੇਪੀ ਨਾਲ ਲਾਉਂਦੇ ਹੋ? ਇਹ ਵੀ ਦੱਸ ਦਿਓ ਮੈਨੂੰ, ਕਲੀਅਰ ਕਰ ਦਿਓ। ਇਹ ਕਾਰਵਾਈ ਕੌਮੀ ਇਨਸਾਫ ਮੋਰਚਾ ਕਰ ਰਿਹਾ ਹੈ, ਬੀਜੇਪੀ ਤਾਂ ਨਹੀਂ ਕਰਾ ਰਹੀ। ਉਹ ਬੀਜੇਪੀ ਨੂੰ ਉਹਦਾ ਕੀ ਲਿੰਕ ਹੈ, ਦੱਸੋ ਮੈਨੂੰ। ਮੈਂ ਤੁਹਾਨੂੰ ਇਹਦਾ ਵੀ ਜਵਾਬ ਦੇ ਦਿੰਦਾ। ਅੱਜ ਰਾਜੋਆਣਾ ਸਾਹਿਬ ਨੇ ਕੀ ਕਿਹਾ? ਤੁਸੀਂ ਅੱਛਾ ਚਲੋ ਤੁਸੀਂ ਬੋਲੋ ਪਹਿਲਾਂ।
ਨਾ ਨਾ ਤੁਸੀਂ ਦੇ ਦਿਓ ਜਵਾਬ, ਨਹੀਂ ਕਿ ਮੈਂ ਅਕਾਲੀ ਵਨ ਟੂ ਵਨ ਕਰ ਲੈਂਦੇ, ਕੋਈ ਗੱਲ ਉਹਨਾਂ ਨਹੀਂ। ਦੀ ਹਾਂ ਉਹਨਾਂ ਨੇ ਰਾਜੋਆਣਾ ਸਾਹਿਬ ਨੇ ਕਿਹਾ ਮੈਂ ਅਕਾਲੀ ਹਾਂ, ਉਹਨਾਂ ਦੀ ਸਿਸਟਰ ਨੇ ਵੀ ਇਹੀ ਬਿਆਨ ਨੂੰ ਰਿਪੀਟ ਕੀਤਾ ਕਿ ਮੈਂ ਹੁਣ ਤੀਸਰੀ ਚੀਜ਼ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ, ਕੌਮੀ ਇਨਸਾਫ ਮੋਰਚਾ। ਚੌਥੀ ਚੀਜ਼ ਤੁਹਾਡੇ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਨੇ ਕਲੀਅਰ ਕਿਹਾ ਸੀ ਕਿ ਉਹਨੂੰ ਗੱਲਾਂ ਨੂੰ ਛੱਡ ਦਿਓ ਜੀ, ਨਹੀਂ ਉਹਨਾਂ ਗੱਲਾਂ ਨੂੰ ਛੱਡ ਦਿਓ, ਉਹ ਤੁਹਾਡੀ ਪਾਰਟੀ ਦੇ ਲੀਡਰ ਨਹੀਂ ਹੈ, ਉਹਨਾਂ ਨੂੰ ਛੱਡ ਦਿਓ। ਨਹੀਂ ਉਹ ਹੁਣ ਅੱਜ ਕੱਲ ਕੋਈ ਲੀਡਰਸ਼ਿਪ ਨਹੀਂ ਹੈਗੀ, ਤੁਹਾਡੇ ਸੀਨੀਅਰ ਕੋਈ ਸਰਕਾਰ ਨਹੀਂ ਹੈਗੇ, ਅਸਲੇ ਲੀਡਰ ਨਹੀਂ ਸਰਕਾਰ में ਹੈਗੇ, ਨਹੀਂ ਸਰਕਾਰ में ਹੈਗੇ। ਚਲੋ ਤੁਹਾਡੇ ਹਰਜੀਤ ਗਰੇਵਾਲ ਜੀ ਦੇ ਬਿਆਨ ਨਹੀਂ ਦੇਖੋ, ਜੇ ਤਾਂ ਆਪਾਂ ਗੱਲ ਕਰਨੀ ਹੈ ਕਿਸੇ ਹੱਲ ਕੱਢਣ ਦੀ, ਫਿਰ ਤਾਂ ਠੀਕ ਹੈ। ਜੇ ਆਪਾਂ ਗੱਡੇ ਮੁੱਦੇ ਫੜਨਾ ਤਾਂ ਕੋਈ ਫਾਇਦਾ ਨਹੀਂ ਹੋਣਾ। ਆਪਾਂ ਗੱਲ ਅੱਜ ਦੇ ਹਾਲਾਤ ਦੀ ਗੱਲ ਕਰੋ, ਅੱਜ ਦੇ ਹਾਲਾਤ ਦੀ ਗੱਲ ਕਰੋ, ਤੁਹਾਨੂੰ 100% ਜਵਾਬ ਦਊਗਾ। ਬਿਲਕੁਲ ਸੁਣੋ, ਹੱਲ ਤਾਂ ਇਹ ਹੈ ਕਿ ਜਿਹੜਾ ਪੰਜਾਬ ਦਾ ਕੋਈ ਵੀ ਸੈਂਸਿਟਿਵ ਮੁੱਦਾ ਹੈ ਜਿਹਦੇ ਨਾਲ ਪੰਜਾਬ ਦੇ ਮਾਹੌਲ ਨੂੰ ਅਸਰ ਪੈਂਦਾ ਹੋਵੇ, ਉਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਹਨੂੰ ਲੀਗਲੀ ਹਿਊਮਨ ਰਾਈਟਸ ਨੂੰ ਦੇਖਦੇ ਹੋਏ, ਲੀਗਲ ਟਰਮਸ ਨੂੰ ਦੇਖਦੇ ਹੋਏ, ਕਾਨੂੰਨ ਮੁਤਾਬਕ ਉਹਦਾ ਡਿਸਾਈਡ ਹੋਣਾ ਚਾਹੀਦਾ। ਜਦੋਂ ਰਾਜਨੀਤਿਕ, ਮੈਂ ਹੁਣ ਤੁਹਾਨੂੰ ਦੱਸਦਾ, ਪੰਜਾਬ ਪਹਿਲਾਂ ਹੀ ਅਕਾਲੀ ਦਲ ਕਾਂਗਰਸ ਦੀ ਰਾਜਨੀਤਿਕ ਚਾਲਾਂ ਦੀ ਬਦੌਲਤ ਬਹੁਤ ਸੰਤਾਪ ਝੇਲਿਆ ਪੰਜਾਬ ਨੇ। ਕਤਲ ਕਿਸੇ ਦਾ ਵੀ ਹੋਇਆ ਉਹ ਮਾੜਾ ਹੈ। ਪਾਸੀ ਸਾਹਿਬ ਮੈਂ ਇੱਕ ਗੱਲ ਮਹਿਸੂਸ ਕਰ ਰਿਹਾ, ਸਵਾਲ ਦਾ ਜਵਾਬ ਨਹੀਂ ਆ ਰਿਹਾ, ਸਵਾਲ ਦਾ ਸਵਾਲ ਆ ਰਿਹਾ ਹੈ। ਨਹੀਂ ਦੇਖੋ, ਮੈਂ ਤੁਹਾਨੂੰ ਜਵਾਬ ਵਸਤਾ, ਬਿਲਕੁਲ ਪੰਜਾਬ ਸਰਕਾਰ ਬਿਲਕੁਲ ਕਲੀਅਰ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਰਿਹਾ ਹੋਣੇ ਚਾਹੀਦੇ ਆ। ਸਾਰੀ ਜਿਹੜਾ ਹੈ ਡਿਸਾਈਡ ਕੇਂਦਰ ਸਰਕਾਰ ਨੇ ਕਰਨਾ ਹੈ ਸਰ, ਕਿਉਂਕਿ ਇਹ ਜਿਹੜਾ ਐਕਟ ਲੱਗੇ ਹੋਏ ਆ ਨਾ ਜੀ, ਤੁਸੀਂ ਦੇਖ ਸਕਦੇ ਹੋ, ਇਹ ਜਿਹੜੇ ਖੁਦ ਕਹਿ ਦਿੰਦੇ ਆ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਮਸਲੇ ਹੈ, ਔਰ ਉੱਥੇ ਆ ਕੇ ਹੀ ਸਾਰੀ ਜਿਹੜਾ ਹੈ ਹੁਣ ਕੇਂਦਰ ਸਰਕਾਰ ਅਗਰ ਸੁਹਿਰਦ ਹੈ, ਇਹਨਾਂ ਨੂੰ ਕਿਹਨੇ ਰੋਕਿਆ? ਤੁਸੀਂ ਡਿਸੀਜਨ ਕਰੋ। ਔਰ ਪੈਰੋਲ ਔਰ ਰਿਲੀਜ਼ ਦੇ ਵਿੱਚ ਫਰਕ ਹੁੰਦਾ। ਹੁਣ ਪੈਰੋਲ ਦੇ ਉੱਤੇ ਕਈ ਡਿਸਕ੍ਰਿਮੀਨੇਸ਼ਨਸ ਆਈਆਂ, ਬਹੁਤ ਸ਼ੋਰ ਵੀ ਮਚ ਚੁੱਕਿਆ। ਤੁਸੀਂ ਬਿਲਕੁਲ ਪੰਜਾਬ ਸਰਕਾਰ ਕਿਸੇ ਕਿਸਮ ਦੀ ਕੋਈ ਇਸ ਤੇ ਅੜਚਨ ਦੇ ਵਿੱਚ ਨਹੀਂ ਹੈ। ਕੇਂਦਰ ਸਰਕਾਰ ਚਾਹੇ ਤਾਂ ਕਰ ਸਕਦੀ ਹੈ, ਔਰ ਜਲਦੀ ਕਰਨਾ ਵੀ ਚਾਹੀਦਾ ਡਿਸੀਜਨ। ਚੰਨੀ ਸਾਹਿਬ, ਕਿਉਂ ਨਹੀਂ ਗੱਲਾਂ ਹੋ ਰਹੀਆਂ? ਕਿਉਂ ਸਿਰਫ ਬਿਆਨ ਹੋ ਰਹੇ ਆ? ਕਿਉਂ ਸਿਰਫ ਸਵਾਲ ਹੋ ਰਿਹਾ? ਕਿਉਂ ਨਹੀਂ ਹੱਲ ਹੋ ਰਿਹਾ? ਦੇਖੋ, ਪਾਸੀ ਸਾਹਿਬ ਬੜੇ ਸਿਆਣੇ ਨੇ, ਗੱਲਬਾਤ ਕਮਾਨ 'ਚ ਬਹੁਤ ਮਾਹਰ ਨੇ, ਪਰ ਮੈਂ ਇੱਕ ਗੱਲ ਕਹਿਣਾ, ਆਪਾਂ ਸਿੱਧੀ ਜਿਹੀ ਗੱਲ ਕਰੀਏ, ਤੁਸੀਂ ਜਿਹੜੇ ਪੰਜਾਬ 'ਚ ਤੁਹਾਡੀ ਸਰਕਾਰ ਵਾਲੇ ਨੇ ਜਾਂ ਦਿੱਲੀ 'ਚ ਨੇ, ਉਹਨਾਂ ਦੀ ਫਾਈਲ ਭੇਜੋ ਸੀ। ਜੇ ਨਾ ਹੋਊਗੀ ਫਿਰ ਸਾਨੂੰ ਕਿਹੋ, ਫਿਰ ਅਸੀਂ ਦੇਣਦਾਰ ਹੋਵਾਂਗੇ। ਤੁਸੀਂ ਭੇਜੋ ਸਹੀ, ਫਾਈਲ ਤਾਂ ਭੇਜੋ। ਇੱਕ ਗੱਲ ਪੁੱਛਣੀ ਚਾਹੁੰਦਾ, ਇੱਕ ਫਾਈਲ ਤਾਂ ਕੇਂਦਰ ਕੋਲ ਹੈ, ਉਸ ਫਾਈਲ ਦਾ ਮਸਲਾ ਕਿਉਂ ਨਹੀਂ ਹੱਲ ਕਰ ਲਿਆ ਜਾਂਦਾ? ਉਹ ਤਾਂ ਆਪਾਂ ਗੱਲ ਕਰ ਚੁੱਕੇ ਜੀ ਪਹਿਲਾਂ। ਉਹਦਾ ਸਰਕਾਰ ਨੇ ਕਿਹਾ ਵੀ ਅਸੀਂ ਜਲਦੀ ਫੈਸਲਾ ਕਰਕੇ ਸੁਪਰੀਮ ਕੋਰਟ 'ਚ ਭੇਜ ਦਿੰਦੇ ਹਾਂ। ਨਹੀਂ, ਬਹੁਤ ਚਿਰ ਤੋਂ ਪੈਂਡਿੰਗ ਪਿਆ, ਸੁਪਰੀਮ ਕੋਰਟ ਨੂੰ ਤਾੜਨਾ ਵੀ ਕਰਨੀ ਪੈਗੀ। ਮੈਂ ਤੁਹਾਡੀ ਉਸ ਗੱਲ ਨਾਲ ਸਹਿਮਤ ਹਾਂ, ਮੈਂ ਮੰਨ ਲਿਆ ਵੀ ਸਾਡੀ ਸਰਕਾਰ ਨੇ ਉਹ 'ਚ ਲੇਟ ਕੀਤਾ, ਮੈਂ ਮੰਨਦਾ ਇਸ ਗੱਲ 'ਚ। ਮੈਂ ਜੇ ਕੋਈ ਦੋ ਰਾਉਣੇ ਉਹ ਲੇਟ ਹੋਇਆ ਹੈ, ਪਰ ਉਹ ਜਿਹੜੇ ਬਾਕੀ ਉਹ ਤਾਂ ਆਪਾਂ ਛੁਡਾ ਲਈਏ ਜੀ। ਬਿਲਕੁਲ, ਉਹ ਹੋਣਾ ਚਾਹੀਦਾ ਜੇ ਭੇਜਣ ਪਹਿਲਾਂ। ਜੀ ਪਾਸੀ ਜੀ, ਸਰ ਅਗਸਤ 2022 ਦੀਆਂ ਫਾਈਲਸ ਗਈਆਂ ਹੋਈਆਂ, ਉਹ ਵੀ ਪਤਾ ਕਰ ਲੈਣ। ਇਹ ਇੱਕ ਮਿੰਟ ਜੀ, ਗੱਲ ਹੈ ਜੀ ਅਗਸਤ 19 ਦਸੰਬਰ, ਮੈਂ ਉਹੀ ਅਗਸਤ ਵੀ ਤੁਹਾਡੇ ਕੋਲੇ ਭੇਜਿਆ ਗਿਆ ਕਿ ਇਹਨਾਂ ਨੂੰ ਰਿਲੀਜ਼ ਕੀਤਾ ਜਾਏ ਜੋ ਸਜ਼ਾ ਪੂਰੀਆਂ ਕਰ ਚੁੱਕੇ ਹੈ। ਔਰ ਤੁਹਾਡੇ ਹੁਣੇ ਸੈਂਟਰ ਦੇ ਮਿਨਿਸਟਰ ਵੀ ਆਏ ਸੀ, ਉਹ ਵੀ 3 ਦਾ ਨਾਮ ਛੱਡ ਗਏ ਸੀਗੇ। ਤੇ ਜਿਹੜੀ ਇਹ ਹਸਤਾਖਰ ਮੁਹਿੰਮ ਵੀ ਚੱਲਦੀ ਹੈ, ਜਦੋਂ ਸਰਕਾਰਾਂ ਕੋਲੇ ਤੁਹਾਡਿਆਂ ਕੋਲੇ ਪਾਵਰਾਂ ਸੀਗੀਆਂ, ਅਕਾਲੀ ਦਲ ਪਾਵਰ 'ਚ ਸੀਗਾ, ਉਦੋਂ ਤਾਂ ਸਾਈਨ ਕੀਤੇ ਨਹੀਂ। ਅੱਜ ਹਸਤਾਖਰ ਮੁਹਿੰਮ ਚਲਾ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿੰਨੀਆਂ ਹੀ ਸਟੇਟਮੈਂਟਸ ਮੈਂ ਤਾਂ ਹੀ ਦੱਸ ਰਿਹਾ ਧਾਲੀਵਾਲ ਸਾਹਿਬ, ਅਕਾਲੀ ਬੀਜੇਪੀ ਦੇ ਲੀਡਰ ਦੀਆਂ ਮੁੱਛਾਂ ਦਿਖਾ ਸਕਦਾ। ਇਸ ਮਸਲੇ ਨੂੰ ਸਿਰਫ ਡਿਲੇ ਕਰ। ਮੈਂ ਬਲਵਿੰਦਰ ਜੀ ਹੋਰਾਂ ਤੋਂ ਉਹੀ ਸਵਾਲ ਲੈਣਾ ਚਾਹੁੰਦਾ। ਬਲਵਿੰਦਰ ਜੀ, ਆਪਣਾ ਜਿਹੜਾ ਹੈ ਉਹ ਰਾਬਤਾ ਟੁੱਟ ਗਿਆ ਸੀ। ਗੱਲ ਇਹ ਹੈ ਕਿ ਹਰ ਪਾਰਟੀ, ਹਰ ਸਰਕਾਰ ਕਹਿੰਦੀ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ, ਅਸੀਂ ਰਿਹਾਈ ਦੇ ਹੱਕ 'ਚ ਆ। ਉਹ ਕਹਿੰਦਾ ਕਿ ਉਹਨਾਂ ਦੇ ਵੱਲੋਂ ਨਹੀਂ ਹੋ ਰਹੀ, ਉਹ ਕਹਿੰਦੇ ਕਿ ਉਹਨਾਂ ਦੇ ਵੱਲੋਂ ਨਹੀਂ ਹੋ ਰਹੀ। ਆਖਰ ਅੜਿੱਕਾ ਕਿੱਥੇ ਲੱਗਿਆ? ਤੁਸੀਂ ਇਹਨੂੰ ਬਿਹਤਰ ਤਰੀਕੇ ਨਾਲ ਸਮਝਾ ਸਕਦੇ ਹੋ। ਦੇਖੋ, ਬੇਨਤੀ ਇਹ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਬਜਟ ਸੈਸ਼ਨ ਹੈਗਾ ਉਹ ਆ ਰਿਹਾ। ਅਸੀਂ ਪੰਜਾਬ ਸਰਕਾਰ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੋਕਾਂ ਦੇ ਮਾਈ ਬਾਪ ਜਿਹੜੇ ਹੈਗੇ ਉਹ ਸਰਕਾਰ ਹੁੰਦੀ ਹੈ। ਅੱਜ ਜਦੋਂ ਪੰਜਾਬ ਦੇ ਲੋਕ ਇੱਕ ਵੱਡੀ ਭਾਵਨਾ ਲੈ ਕੇ ਸੜਕਾਂ ਤੇ ਬੈਠੇ ਹੈ ਜੀ,
ਇਹਨਾਂ ਨੂੰ ਤਿੰਨੇ ਮਸਲੇ ਜਿਹੜੇ ਹੈਗੇ ਆ ਉਹਨਾਂ ਮਸਲਿਆਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤਾਂ ਇੱਕ ਮਤਾ ਪਾਸ ਕਰਨ ਦੀ ਲੋੜ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਰੀ ਜਿਹੜੇ ਹੈਗੇ ਆ ਉਹਨਾਂ ਨੂੰ ਜਿਸ ਤਰ੍ਹਾਂ ਹੋਇਆ ਹੈ, ਦਿੱਲੀ ਦੀ ਸਰਕਾਰ ਤੇ ਪੰਜਾਬ ਸਰਕਾਰ ਸਵੇਰੇ ਚਾਹੇ ਹੱਲ ਕਰ ਸਕਦੀ ਹੈ। ਜਿੱਥੋਂ ਤੱਕ ਸਵਾਲ ਕਰਨਾਟਕ ਦੀ ਸਰਕਾਰ ਨਾਲ ਗੱਲ ਕਰਨ ਦਾ ਹੈ, ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਜਿਹੜੇ ਹੈਗੇ ਆ ਉਹਨਾਂ ਦੀ ਡਿਊਟੀ ਬਣਦੀ ਹੈ ਉਹ ਕਹਿਣ ਕਿ ਭਾਈ ਸਾਡਾ ਇੱਕ ਨਾਗਰਿਕ ਹੈ, ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਦੇਖੋ ਸਾਡੇ ਵਕੀਲ ਬਣਨਾ ਪੈਣਾ ਆਮ ਆਦਮੀ ਪਾਰਟੀ। ਰਹੀ ਗੱਲ ਕੇਂਦਰ ਸਰਕਾਰ ਦੀ, ਕਿਉਂਕਿ ਯੂਟੀ ਨਾਲ ਜੁੜਿਆ ਹੋਇਆ ਮਾਮਲਾ ਹੈ, ਕੇਂਦਰ ਸਰਕਾਰ ਅੱਜ ਦੀ ਨਹੀਂ ਪਿਛਲੇ ਕਈ ਸਾਲਾਂ ਤੋਂ ਮਤਲਬ ਇਹ ਰਾਜ ਕਰ ਰਹੇ ਆ ਉੱਥੇ, ਔਰ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਇੱਕ ਘੱਟ ਗਿਣਤੀ ਦੇ ਪ੍ਰਤੀ, ਭਾਵੇਂ ਉਹ ਮੁਸਲਿਮ ਭਾਈਚਾਰਾ ਹੋਵੇ ਤੇ ਭਾਵੇਂ ਸਿੱਖ ਭਾਈਚਾਰਾ ਹੋਵੇ, ਉੱਪਰੋਂ ਜ਼ਰੂਰ ਪਲੋਸਦੇ ਆ। ਇਹ ਨਹੀਂ ਕਿ ਉੱਪਰੋਂ ਨਹੀਂ ਪਲੋਸਦੇ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਬਾਲ ਦਿਵਸ ਦੀ ਗੱਲ ਕਰ ਲਈਏ, ਜਿਹੜਾ ਲਾਲ ਕਿਲ੍ਹਾ ਹੈ ਉੱਥੇ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਤੇ ਸ਼ਬਦ ਕੀਰਤਨ ਦੀ ਗੱਲ ਕਰ ਲਈਏ, ਤੇ ਦੂਜੇ ਬੰਨੇ ਮਤਲਬ ਛੋਟੀਆਂ ਜਿਹੜੀਆਂ ਗੱਲਾਂ ਹੈਗੀਆਂ ਦੇ ਉੱਤੇ ਨੂੰ ਖੋਰਾ ਲਾਉਣ ਦੇ ਵਿੱਚ ਕੇਂਦਰ ਕੋਈ ਕਸਰ ਨਹੀਂ ਛੱਡਦਾ। ਸੋ ਬੇਨਤੀ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ, ਜਿਹਨੂੰ ਇੰਨੇ ਚਾਵਾਂ ਤੇ ਮਲਾਰਾਂ ਨਾਲ ਪੰਜਾਬ ਦੇ ਲੋਕਾਂ ਨੇ ਬਣਾਇਆ, ਇਹ ਜ਼ਿਕਰ ਹੋਇਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਹੋਰਾਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਹੈਗੇ ਆ ਉਹਨਾਂ ਨੇ ਤਸਵੀਰਾਂ ਖਿਚਾਈਆਂ, ਉਦੋਂ ਬੈਠੇ ਨੇ। ਅੱਜ ਉਹਨਾਂ ਨੂੰ ਵਕੀਲ ਬਣਨਾ ਚਾਹੀਦਾ। ਦੂਜੀ ਗੱਲ, ਕੇਂਦਰ ਤੇ ਪੰਜਾਬ ਦੋਹਾਂ ਸਰਕਾਰਾਂ ਨੂੰ ਬੇਨਤੀ ਹੈ ਕਿ 7 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ, ਕੋਟਕਪੂਰਾ ਬਾਈਬਲ ਗੋਲੀकांड ਦਾ ਇਨਸਾਫ ਨਹੀਂ ਮਿਲਿਆ, ਤੁਹਾਡੀਆਂ ਬਣਾਈਆਂ ਸਿੱਟਾਂ ਤੇ ਤੁਹਾਡੇ ਬਣਾਏ ਕਮਿਸ਼ਨ ਨੇ ਰਿਪੋਰਟਾਂ ਦਿੱਤੀਆਂ, ਉਹਨਾਂ 'ਚ ਅੜਿੱਕੇ ਖੜੇ ਕਿਉਂ ਕਰ ਰਹੇ? ਸੋ ਤੁਸੀਂ ਕੀ ਪੰਜਾਬ ਜਿਹੜਾ ਹੈਗਾ, ਜਿਹੜਾ ਸਰਹੱਦ ਦੇਸ਼ ਦੀ ਆਜ਼ਾਦੀ ਲਈ ਜਿਹਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ 1962, 65, 71 ਤੇ ਕਾਰਗਿਲ ਦੀ ਜੰਗ 'ਚ ਕੁਰਬਾਨੀਆਂ ਦਿੱਤੀਆਂ, ਅਜੇ ਕੱਲ ਪੰਜਾਬ ਦੇ ਨੌਜਵਾਨ ਸ਼ਹੀਦ ਹੋਏ ਆ ਚਾਈਨਾ ਦੇ ਬਾਰਡਰ ਦੇ ਉੱਤੇ, ਇਹ ਗੱਲਾਂ ਭੁੱਲ ਗਏ ਤੁਸੀਂ ਇਹਨਾਂ ਲਈ ਇੱਕ ਦਿਨ ਨਹੀਂ ਕੱਢ ਸਕਦੇ? ਇੱਥੇ ਮੀਟਿੰਗ ਬੁਲਾਉਣ, ਕੇਂਦਰ ਆਪਦਾ ਨੁਮਾਇੰਦਾ ਭੇਜੇ, ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹ ਆਪਦੀਆਂ ਫਾਈਲਾਂ ਤਿਆਰ ਕਰੇ, ਇੱਕ ਦਿਨ 'ਚ ਸਾਈਨ ਹੋ ਜਾਣੇ ਚਾਹੀਦੇ ਆ। ਸਵਾਲ ਇਹ ਹੈ ਸਾਨੂੰ ਨਾ ਬੁਲਾਓ, ਤੁਸੀਂ ਕਰ ਦਿਓ। ਅਸੀਂ ਕੋਈ ਰਾਜਨੀਤੀ ਕਰਨ ਵਾਸਤੇ ਇੱਥੇ ਸੜਕਾਂ ਤੇ ਨਹੀਂ ਬੈਠੇ, ਇੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਆ ਰਹੇ ਆ, ਲੀਡਰ ਨਹੀਂ ਆ ਰਹੇ। ਲੀਡਰ ਕਿਹੜੇ ਮੂੰਹ ਨਾਲ ਆਉਣ? ਇਹ ਦੱਸੋ ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹਨੇ ਮਤਲਬ ਬੰਦੀ ਸਿੰਘਾਂ ਦੀ ਰਿਹਾਈ ਲਈ ਇਮਾਨਦਾਰੀ ਨਾਲ ਕੰਮ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। 14 ਸਾਲ ਤੱਕ ਕਦੋਂ ਦੇ ਪੂਰੇ ਹੋ ਗਏ? ਅੱਜ ਤਾਂ ਉਹ 27 ਸਾਲਾਂ ਦੇ ਅੰਦਰ ਨੇ। ਦੇਖੋ, ਨਾ ਭਾਜਪਾ ਨੇ ਕੀਤਾ, ਕਾਂਗਰਸ ਨੇ ਕਰਨਾ ਹੀ ਕੀ ਸੀਗਾ। ਅੱਜ ਆਮ ਆਦਮੀ ਪਾਰਟੀ ਪੱਗ ਵਾਲਾ ਮੁੱਖ ਮੰਤਰੀ ਦੇਵਾਂਗੇ ਕਹਿ ਕੇ ਆਈ, ਠੀਕ ਹੈ, 24 ਘੰਟਿਆਂ 'ਚ ਇਨਸਾਫ ਦੇਵਾਂਗੇ ਕਹਿ ਕੇ ਆਈ। ਮਾਨਯੋਗ ਮੁੱਖ ਮੰਤਰੀ ਪੰਜਾਬ ਹਰ ਸੰਘਰਸ਼ ਦੇ ਵਿੱਚ ਹਿੱਕ ਥਾਪੜ ਕੇ ਸਿੱਖ ਮੁੱਦਿਆਂ ਦੇ ਉੱਤੇ, ਪੰਥਕ ਮੁੱਦਿਆਂ ਦੇ ਉੱਤੇ ਖੜਦੇ ਰਹੇ, ਬੋਲਦੇ ਰਹੇ। ਅੱਜ ਭਾਈ ਇੰਨਾ 1.5 ਮਹੀਨਾ ਕਿਉਂ ਲੱਗ ਗਿਆ? ਲੋਕ ਇੱਥੇ ਇੰਨੇ ਚਿਰ ਦੇ ਬੈਠੇ ਆ, ਬਾਈਬਲ ਮੋਰਚਾ ਲੱਗਿਆ, ਸੰਗਤ ਮਗਰੋਂ ਆਉਂਦੀ ਆ, ਮੰਤਰੀ ਪਹਿਲਾਂ ਪਹੁੰਚ ਜਾਂਦੇ ਆ। ਕਹਿਣ ਤੋਂ ਭਾਵ ਬਲਵਿੰਦਰ ਜੀ ਮਤਲਬ ਮਸਲਿਆਂ ਤੇ ਸਿਆਸਤ ਹੁੰਦੀ ਹੈ, ਹੱਲ ਵੱਲ ਕੋਈ ਧਿਰ ਜਿਹੜੀ ਆ ਉਹ ਨਹੀਂ ਅੱਗੇ ਵਧਦੀ। ਖੈਰ ਤੁਸੀਂ ਸਾਰੇ ਚੱਲ ਕੇ ਆਏ, ਸਮਾਂ ਇੱਕ ਬੇਨਤੀ ਹੋਰ ਕਰ ਲੈਣ ਦਿਓ। ਇੱਕ ਬੇਨਤੀ ਜੀ ਕਰ ਲਓ ਜਿਹੜੀਆਂ ਤਿੰਨ ਮੰਗਾਂ ਨੇ, ਇਹਨਾਂ ਦੇ ਉੱਤੇ ਮਾਨਯੋਗ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੇ ਵਿੱਚ ਮੋਰਚੇ ਦੀਆਂ ਮੰਗਾਂ ਜਾਂ ਮੋਰਚੇ ਦੇ ਹੱਕਾਂ ਵਿੱਚ ਮੋਰਚਾ ਕਿੱਥੇ ਗਲਤ ਹੈ, ਇਹਦੇ ਉੱਤੇ ਇਹ ਜਦੋਂ ਮਰਜ਼ੀ ਸਾਨੂੰ ਬੁਲਾ ਕੇ ਦੱਸ ਦੇਣ, ਖੁੱਲੀ ਡਿਬੇਟ ਕਰ ਲੈਣ, ਅਸੀਂ ਤਿਆਰ। ਪਾਸੀ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ? ਹਾਂਜੀ ਪਾਸੀ ਜੀ। ਮੈਂ ਇੱਕ ਚੀਜ਼ ਸਿਰਫ ਬਲਵਿੰਦਰ ਸਿੰਘ ਜੀ, ਦੇਖੋ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਡਿਬੇਟ ਚੱਲ ਰਿਹਾ, ਪਰ ਮੈਂ ਤੁਹਾਡੇ ਤੋਂ ਕੁਐਸਚਨ ਪੁੱਛਣਾ ਚਾਹੁੰਦਾ, ਜਿਹੜਾ ਰਾਜੋਆਣਾ ਸਾਹਿਬ ਨੇ ਪੁੱਛਿਆ ਕਿ ਜਦੋਂ ਕੌਮੀ ਇਨਸਾਫ ਮੋਰਚਾ ਸੰਘਰਸ਼ ਤੁਸੀਂ ਕਹਿ ਰਹੇ ਹੋ ਅਸੀਂ ਕਰ ਰਹੇ ਹਾਂ, ਉਹਨਾਂ ਨੇ ਪੁੱਛਿਆ ਕਿ ਮੈਂ ਤਾਂ ਅਕਾਲੀ ਹਾਂ, ਤੁਹਾਨੂੰ ਕਿਹੜੀ ਪਾਰਟੀਆਂ ਮਤਲਬ ਸਪੋਰਟ ਕਰ ਰਹੀਆਂ? ਮੈਂ ਇੱਕ ਚੀਜ਼ ਕਹਿ ਰਿਹਾ, ਅਗਰ ਕਿਹੜਾ ਵੀ ਮੋਰਚਾ ਹੈ ਨਾ, ਜਿੱਦਾਂ ਹੁਣ ਸਾਡੀ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ, ਸਾਰੀਆਂ ਧਿਰਾਂ ਨੇ ਸਪੋਰਟ ਕੀਤੀ ਸੀ, ਪੂਰੇ ਪੰਜਾਬ ਹਰਿਆਣਾ ਨੇ ਸਪੋਰਟ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਉਹਨੂੰ ਰਾਜਨੀਤਿਕ ਮਫਾਦ ਦੇ ਲਈ ਵੀ ਕਿਸੇ ਨਾ ਕਿਸੇ ਧਿਰ ਨੇ, ਮੈਂ ਤੁਹਾਡਾ ਨਾਮ ਨਹੀਂ ਲੈ ਰਿਹਾ ਬਲਵਿੰਦਰ ਜੀ, ਪਰ ਕਿਸੇ ਨਾ ਕਿਸੇ ਧਿਰ ਨੇ ਉਹਨੂੰ ਰਾਜਨੀਤਿਕ ਮਫਾਦ ਦੇ ਲਈ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ।
ਇਲੈਕਸ਼ਨ ਦੇ ਲਈ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੁਝ ਗੱਲਾਂ ਜਿਹੜੀਆਂ ਹੈਗੀਆਂ ਇਹ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਸੀਰੀਅਸਲੀ ਵਿਚਾਰਨ ਦੀ ਗੱਲ ਹੈ। ਮੈਂ ਕੋਈ ਤੁਹਾਨੂੰ ਕਿੰਤੂ ਪਰੰਤੂ ਨਹੀਂ ਕਰ ਰਿਹਾ, ਪਰ ਇਹ ਚੀਜ਼ਾਂ ਵੀ ਬਹੁਤ ਬੈਠ ਕੇ ਸੋਚਣ ਵਾਲੀ ਗੱਲ ਹੈ। ਪਾਸੀ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ 7 ਜਨਵਰੀ 2023 ਨੂੰ ਤਾਂ ਲੱਗਿਆ ਨਹੀਂ। ਇਹ ਮੋਰਚਾ 2013 ਦੇ ਵਿੱਚ ਭਾਈ ਗੁਰਬਖਸ਼ ਸਿੰਘ ਨੇ ਲਾਇਆ। ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਨੇ ਲਗਾਤਾਰ ਜਾਰੀ ਰੱਖਿਆ। ਇਹ ਸਾਰੀਆਂ ਸਰਕਾਰਾਂ ਦਾ ਮੂੰਹ ਇਹਨਾਂ ਮੋਰਚਿਆਂ ਨੇ ਵੇਖਿਆ, ਸਿੰਘਾਂ ਦੀ ਪੰਥਕ ਮੰਗ ਨੇ ਜਾਂ ਪੰਥਕ ਹੱਕ ਨੇ ਵੇਖਿਆ, ਸਾਰੀਆਂ ਸਰਕਾਰਾਂ ਦਾ ਮੂੰਹ ਵੇਖਿਆ। ਇਹ ਆਪਾਂ ਕਿਵੇਂ ਕਹਿ ਸਕਦੇ ਆ? ਮੈਂ ਕਹਿੰਦਾ ਵੀ ਇੱਥੇ ਆਉਣ ਵਾਲੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਾਲੇ ਵੀ ਹੈਗੇ ਆ, ਬਿਲਕੁਲ ਇੱਥੇ ਅਕਾਲੀਆਂ ਦੇ ਜਿਹੜੇ ਹੈਗੇ ਆ ਉਹ ਵੀ ਹੈਗੇ ਆ, ਕਾਂਗਰਸੀਆਂ ਨੇ ਸ਼ਰੇਆਮ ਮਤਲਬ ਜਿਹੜਾ ਹੈਗਾ ਡਿਬੇਟਾਂ ਦੇ ਵਿੱਚ ਇਹ ਕਿਹਾ ਕਿ ਅਸੀਂ ਇਸ ਮੁੱਦੇ ਦੇ ਨਾਲ ਸਹਿਮਤ ਹਾਂ। ਬਲਵਿੰਦਰ ਜੀ ਦੇਖੋ, ਇਸ ਗੱਲ ਤੋਂ ਮੈਂ ਇਨਕਾਰੀ ਨਹੀਂ, ਹਾਂਜੀ ਸੁਣੋ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ। 2013 ਤੋਂ 2022 ਤੱਕ ਜਾਂ ਜਿਹੜਾ ਸਮਾਂ ਸੀਗਾ ਉਹ ਆਪਾਂ ਨੇ ਦੇਖਿਆ, ਕਾਂਗਰਸ ਤਾਂ ਸਿਰਫ ਕਾਂਗਰਸ ਤਾਂ ਸਿਰਫ ਗੱਲੀ ਬਾਤੀ ਪੰਜਾਬ ਦਾ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਅਦਰਵਾਈਜ਼ ਤਾਂ ਜਿੰਨੇ ਜ਼ਖਮ ਪੰਜਾਬ ਨੂੰ ਮਿਲੇ ਆ ਤੁਹਾਨੂੰ ਵੀ ਪਤਾ ਹੈ। ਔਰ ਉਸੇ ਲਾਈਨ ਦੇ ਉੱਤੇ ਸੈਂਟਰ ਸਰਕਾਰ ਵੀ ਚੱਲ ਰਹੀ ਹੈ। ਪਰ ਆਮ ਆਦਮੀ ਪਾਰਟੀ ਦੀ ਸਾਲੇ ਸਾਡਾ 1 ਸਾਲ ਵੀ ਪੂਰਾ ਨਹੀਂ ਹੋਇਆ, ਪੰਜਾਬ ਦੇ ਕਿੰਨੇ ਹੀ ਮਸਲੇ ਆ 15-20 ਸਾਲ ਦਾ ਜਿਹੜਾ ਖਲਾਰਾ ਪਿਆ ਉਹ ਸਮੇਟ ਰਹੇ ਹੈ। ਮੈਂ ਕਲੋਜ਼ ਕਰਨੀ ਹੈ। ਇੱਥੇ ਚੰਨੀ ਸਾਹਿਬ ਕੁਝ ਕਹਿਣਾ ਚਾਹੁੰਦੇ? ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ, ਪਾਸੀ ਸਾਹਿਬ ਨੂੰ ਹੱਥ ਜੋੜ ਕੇ, ਆਪਾਂ ਜੇ ਸਹੀ ਤਰ੍ਹਾਂ ਸਹਿਰਦ ਇੱਕ ਮਿੰਟ ਜੀ, ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣ ਲਈ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕਿਹੜੀ ਅੜਚਣ ਆ, ਮੈਨੂੰ ਇਹ ਦੱਸ ਦਿਓ। ਅਸੀਂ ਤਾਂ ਕਿਹਾ ਹੀ ਨਹੀਂ ਕੋਈ ਅੜਚਨ ਹੈ, ਅਸੀਂ ਇਹ ਨਹੀਂ ਕਿਹਾ ਕੋਈ ਅੜਚਨ ਹੈ। ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਪੰਜਾਬ ਦਾ ਕੋਈ ਵੀ ਸੈਂਸਿਟਿਵ ਮੁੱਦਾ ਹੈ ਉਹਦੇ ਪਿੱਛੇ ਰਾਜਨੀਤਿਕ ਨਹੀਂ ਹੋਣੀ ਚਾਹੀਦੀ। ਮੈਂ ਤਾਂ ਇਹ ਗੱਲ ਕਲੀਅਰ ਕੀਤੀ ਹੈ ਕਿ ਪੰਜਾਬ ਦਾ ਕੋਈ ਵੀ ਸੈਂਸਿਟਿਵ ਮੁੱਦਾ। ਚੰਨੀ ਸਾਹਿਬ ਨੂੰ ਗੱਲ ਕਰ ਲੈਣ ਦਿਓ ਇੱਕ ਵਾਰੀ। ਚੰਨੀ ਸਾਹਿਬ, ਮੈਂ ਪਾਸੀ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਜੇ ਪੰਜਾਬ ਸਰਕਾਰ ਸਹੀ ਤਰ੍ਹਾਂ ਬੰਦੀ ਸਿੰਘਾਂ ਨੂੰ ਛੱਡਣ ਵਿੱਚ ਤੱਕ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜੋ ਪ੍ਰੋਸੀਜਰ ਉਹਨਾਂ ਨੇ ਅਡਾਪਟ ਕੀਤਾ ਤੁਸੀਂ ਅਡਾਪਟ ਕਰਕੇ ਤੁਸੀਂ ਛੱਡਵਾ, ਕੇਂਦਰ ਸਰਕਾਰ ਨਾਲ ਹੈ। ਚੰਨੀ ਜੀ ਇੱਥੇ ਹੱਥ ਜੋੜਨ ਦੀ ਬਜਾਏ ਨਾ ਤੁਸੀਂ ਤੁਹਾਡੇ ਮੋਦੀ ਜੀ ਨੂੰ ਜਾ ਕੇ ਇੱਕ ਵਾਰੀ ਆਵਾਜ਼ ਜੋੜਾਂਗੇ। ਅਸੀਂ ਸਾਨੂੰ ਲੰਮੇ ਬਣਾ ਪਵਾਂਗੇ, ਅਸੀਂ ਸਭ ਕੁਝ ਕਰਾਂਗੇ। ਤੁਸੀਂ ਫੈਲਾ ਭਜਾਓ ਸਰ, ਤੁਸੀਂ ਫੈਲਾ ਭਜਾਓ, ਅਸੀਂ ਕਰਾਂਗੇ। ਉਹ ਸਰ ਤੁਹਾਡੀ ਪੰਜਾਬ ਦੀ ਬੀਜੇਪੀ ਕਿਤੇ ਵੀ ਕੁਝ ਨਹੀਂ ਬੋਲ ਸਕਦੀ, ਉਸ ਤੇ ਤਾਂ ਕਾਂਗਰਸ ਕੋਈ ਗੱਲ ਹੋਊਗੀ। ਇਹ ਤਾਂ ਫਿਰ ਕੋਈ ਗੱਲ, ਇਹ ਤਾਂ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਨਹੀਂ ਲਾਉਣ ਦੀ ਬਜਾਏ ਜੇਕਰ ਮਸਲੇ ਦਾ ਹੱਲ ਕੀਤਾ ਜਾਵੇ, ਜੇਕਰ ਅਸੀਂ ਵਾਕਈ ਹੀ ਸਾਰੇ ਦਿਲੋਂ ਇਸ ਗੱਲ ਦੇ ਹਾਮੀ ਆ ਔਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਮਾਹੌਲ ਠੀਕ ਹੋਵੇ, ਸਿਖਾਵਾਂ ਹੋਵੇ, ਮਜ਼ੀਦ ਸਜ਼ਾਵਾਂ ਭੁਗਤ ਲੈਣ ਦੇ ਜਿੰਨੇ ਵੀ ਲੋਕ ਨੇ ਉਹ ਬਾਹਰ ਆਉਣ, ਜੇ ਸਰਕਾਰਾਂ ਦੇ ਨੁਮਾਇੰਦੇ ਗੱਲ ਚਾਹੁੰਦੇ ਆ ਤੇ ਗੱਲ ਕਿਸੇ ਸਿਰੇ ਲੱਗ ਸਕਦੀ ਹੈ। ਔਰ ਜੇਕਰ ਸਿਰਫ ਤੇ ਸਿਰਫ ਇਸ ਨੂੰ ਸਿਆਸੀ ਤੌਰ ਤੇ ਰਿੜਕਣਾ ਹੈ, ਫਿਰ ਤਾਂ ਚਾਹੇ ਜਿੰਨਾ ਮਰਜ਼ੀ ਰਿੜਕ ਲਓ, 30 ਸਾਲਾਂ ਤੋਂ ਰਿੜਕਦੇ ਆ ਰਹੇ ਹਾਂ ਤੇ ਰਿੜਕਣਾ ਅੱਗੇ ਵੀ ਪਤਾ ਨਹੀਂ ਕਿੰਨਾ ਕੁ ਚਿਰ ਜਾਰੀ ਰਹੇਗਾ। ਪਰ ਤੁਸੀਂ ਸਮਾਂ ਕੱਢਿਆ, ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਗੱਲਾਂ ਬਹੁਤ ਨੇ, ਦਲੀਲਾਂ ਬਹੁਤ ਨੇ, ਅਪੀਲਾਂ ਵੀ ਬਹੁਤ ਨੇ। ਇਸ ਦੇ ਉੱਤੇ ਸਹੀ ਕੌਣ ਪਾਉਂਦਾ ਹੈ, ਇਸ ਦੇ ਉੱਤੇ ਸਹੀ ਕੌਣ ਖੜਾ ਹੈ, ਸਹੀ ਨੂੰ ਸਹੀ, ਗਲਤ ਨੂੰ ਗਲਤ ਕੌਣ ਕਹਿਣ ਦੀ ਹਿਮਾਕਤ ਕਰਦਾ ਹੈ, ਇਹ ਅਸੀਂ ਤੁਸੀਂ ਲੋਕ ਸਭ ਜਾਣਦੇ ਆ। ਪਰ ਗੱਲ ਇਹ ਆ ਕਿ ਜਦੋਂ ਹਰ ਕੋਈ ਗੱਲ ਇਹ ਕਹਿ ਰਿਹਾ ਹੈ ਕਿ ਰਿਹਾਈ ਹੋਣੀ ਚਾਹੀਦੀ ਹੈ, ਪਰ ਛੱਟੇ ਹਰ ਕਿਸੇ ਦੇ ਉੱਤੇ ਪੈ ਰਹੇ ਆ ਕਿ ਅੜਿੱਕਾ ਕੋਈ ਨਾ ਕੋਈ ਕਿਤੇ ਨਾ ਕਿਤੇ ਬਣਿਆ। ਔਰ ਉਹਨਾਂ ਚੀਜ਼ਾਂ ਦੇ ਜਵਾਬ ਵੀ ਤੁਹਾਡੇ ਸਾਹਮਣੇ ਇਸ ਚਰਚਾ ਦੇ ਵਿੱਚ ਤੁਹਾਨੂੰ ਮਿਲੇ ਆ। ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ, ਹੋਰ ਮੁੱਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।